ਨਾਹੀ। ਮੈਨੋ ਜੋਗ ਕੀ ਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ। ਆਪੇ ਤਰਸ ਪਇਓ, ਤਰਸ ਪਿਆ ਮਿਹ ਰਾਮਤ ਹੋਈ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ। ਪੌੜੀ ਜਾ ਤੂੰ ਮੇਰੇ ਵੱਲ ਹੈ, ਤਾਂ ਕਿਆ ਮੋਹ ਛੰਦਾ। ਤੁਝ ਸਭ ਕਿਛ ਮੈਨੋ ਸੌਂਪਿਆ, ਜਾਂ ਤੇਰਾ ਬੰਦਾ। ਲਖਮੀ ਟੋਟ ਨ ਆਵਈ, ਖਾਏ ਖਰਚ ਰਹੰਦਾ। 184 ਮੇਦਨੀ, ਨਹਿ ਮੰਗੈ ਮੰਦਾ। 184 ਮੇਦਨੀ, ਸਭ ਸੇਵ ਕਰੰਦਾ। ਵੈਰੀ ਮਿੱਤਰ ਨਹਿ ਕੀਤਿਆ, ਨਾ ਮੰਗੈ ਮੰਦਾ। ਲੇਖਾ ਕੋਇ ਨਾ ਪੁੱਛਈ, ਜਾਂ ਹਰਿ ਬਖਸ਼ੰਦਾ। ਲੇਖਾ ਕੋਇ ਨਾ ਪੁੱਛਈ, ਜਾਂ ਹਰਿ ਬਖਸ਼ੰਦਾ। ਸੁਕੋ ਹੋਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਘਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। 12 ਮਹਾ ਬਾਜ ਮਹਲਾ ਪੰਜਵਾਂ। ਘਰ ਚੌਥਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੜੈ, ਕਰ ਕਿਰਪਾ ਮਿਲੋ ਰਾਮ। 4 ਕੁੰਟ ਦੈ ਦਿਸ ਭਰਮੈ, ਥਕ ਆਏ ਪ੍ਰਭ ਕੀ ਸਾਮ। ਤੈਨ ਦੁਧੈ ਤੈ ਬਾਹਰੀ, ਕਿਤੈ ਨ ਆਵੈ ਕਾਮ। ਜਲ ਬਿਨ ਸਾ ਕੁਮਲਾਵਤੀ, ਉਪਜੈ ਨਾਹੀ ਦਾਮ। ਹਰਿ ਨਾਮ ਨਾ ਮਿਲਿਐ ਸਾਜਣੈ, ਕਤ ਪਾਈਏ ਬਿਸਰਾਮ। ਜਿਤ ਘਰ ਹਰ ਕੰਤ ਨਾ ਪ੍ਰਗਟਈ, ਪਾਠ ਨਗਰ ਸੇ ਗ੍ਰਾਮ। ਸਰਬ ਸਿੰਗਾਰ ਤੁਮੋਲ ਰਸ, ਸਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੂਣੀਆ, ਮੀਤ ਸੱਜਣ ਸਭ ਜਾਮ। ਨਾਨਕ ਕੀ ਬੇਨੰਤੀਆ, ਕਰ ਕਿਰਪਾ ਦੀਜੈ ਨਾਮ। ਹਰ ਮੇਲੋ ਸੁਆਮੀ ਸੰਗ ਪ੍ਰਭ,
जिसका निश्चल धाम। चेत गोविंद आराध्य होवै आनंद कणा। संत जना मिल पाइयै रसना नाम पढ़ा। जिन पाया प्रभ अपना आए तिसे गणा। एक खिन तिस बिन जीवना बिरथा जन्म जना। जल थल मैयल पूरिया रविया विच वणा। सो प्रभ चित न आवई कितड़ा दुख गणा। जिनी राविया सो प्रभु तिन्ना भाग मणा। हर दर्शन को मन लोचदा नानक प्यास मना। चेत मिलाए सो प्रभु तिसके पाए लगा। चेत मिलाए सो प्रभु तिसके पाए लगा। वाहिगुरु जी का खालसा वाहिगुरु जी की फतेह। वालिए कुल आलम सरवरे कायनात। जुगो जुग अटल चवर तख्त ਸਿੰਘਾਸਨ ਦੇ ਮਾਲਕ ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਆਪ ਸੰਗਤ ਨੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਸੁਸ਼ੋਭਿਤ ਹੋ ਕਰਕੇ ਗੁਰੂ ਕੀ ਬਾਣੀ ਦੇ ਕੀਰਤਨ ਦੀ ਦਾਤ, ਪਵਿੱਤਰ ਬਾਣੀ ਸਤਿਗੁਰੂ ਜੀਆਂ ਦੀ ਆਸਾ ਦੀ ਵਾਰ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਣੀ ਉਚਾਰੀ ਹੈ, ਐਸੀ ਬਾਣੀ ਦੇ ਕੀਰਤਨ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਤੋਂ ਵਰੋਸਾਏ ਹੋਏ ਰਾਗੀ ਸਿੰਘਾਂ ਦੀ ਰਸਨਾ ਤੋਂ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ। ਉਸ ਤੋਂ ਪਹਿਲਾਂ 5 ਬਾਣੀਆਂ ਨਿਤਨੇਮ ਦੇ ਰੂਪ ਦੇ ਵਿੱਚ ਅਤੇ 12ਵਾਂ ਗੁਰਬਾਣੀ ਦੇ ਪਾਠ ਆਪ ਸੰਗਤਾਂ ਨੇ ਸਰਵਣ ਕੀਤੇ। ਸੋ ਗੁਰਮੁਖੋ, ਅੱਜ ਆਪਾਂ ਨੂੰ 554 ਇਹ ਜਿਹੜਾ ਨਵਾਂ ਸਾਲ ਹੈ ਨਾਨਕ ਸ਼ਾਹੀ, ਜਿਸ ਨੂੰ ਆਪਾਂ ਸਾਲ ਕਹਿ ਦਿੰਦੇ ਹਾਂ, ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਅੱਜ ਖਾਲਸੇ ਨੂੰ ਨਵਾਂ ਸਾਲ ਪ੍ਰਾਪਤ ਹੋਇਆ। ਸੋ ਆਪ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ। ਜਿਸ ਤਰ੍ਹਾਂ ਈਸਵੀ ਕੈਲੰਡਰ ਦੇ ਅੰਦਰ ਆਪਾਂ ਜਨਵਰੀ ਤੋਂ ਨਵਾਂ ਸਾਲ ਲੋਕ ਮਨਾਉਂਦੇ ਨੇ, ਮੰਨਦੇ ਨੇ, ਇਸੇ ਤਰ੍ਹਾਂ ਜਿਹੜਾ ਗੁਰੂ ਨਾਨਕ ਦੇ ਪਾਤਸ਼ਾਹ ਜੀਆਂ ਦੇ ਗੁਰਪੁਰਬ ਤੋਂ ਜਾਂ ਪ੍ਰਕਾਸ਼ ਪੁਰਬ ਤੋਂ ਪ੍ਰਾਰੰਭ ਹੋਇਆ ਕੈਲੰਡਰ ਹੈ, ਜਿਸ ਨੂੰ ਨਾਨਕ ਸ਼ਾਹੀ ਕੈਲੰਡਰ ਕਿਹਾ ਜਾਂਦਾ ਹੈ, ਉਸ ਦੇ ਮੁਤਾਬਕ ਅੱਜ 554ਵਾਂ ਜਿਹੜਾ ਸਾਲ ਹੈ ਉਸ ਦੀ ਪ੍ਰਾਰੰਭਤਾ ਹੋਈ ਹੈ। ਅੱਜ ਨਵਾਂ ਸਾਲ ਪ੍ਰਾਪਤ ਹੋਇਆ। ਗੁਰੂ ਰਹਿਮਤ ਕਰੇ ਇਹ ਨਵਾਂ ਸਾਲ ਸਾਨੂੰ ਨਾਮ ਜਪਦਿਆਂ ਹੋਇਆਂ, ਬਾਣੀ ਪੜ੍ਹਦਿਆਂ ਹੋਇਆਂ, ਸੇਵਾ ਕਰਦਿਆਂ ਹੋਇਆਂ, ਸੋ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਹੈ ਤੇਰੀ ਬਰੀਆ। ਅਕਾਲ ਪੁਰਖ ਨੂੰ ਮਿਲਣ ਦੀ ਜਿਹੜੀ ਵਾਰੀ ਮਿਲੀ ਹੈ, ਇਸ ਸਾਲ ਦੇ ਅੰਦਰ ਸਾਨੂੰ ਨਾਮ ਬਾਣੀ ਦੀਆਂ ਦਾਤਾਂ ਪ੍ਰਾਪਤ ਹੋਣ, ਜਿਸ ਕਰਕੇ ਸਾਡਾ ਇਹ ਮਨੁੱਖਾ ਜਨਮ ਦੀ ਬਾਜੀ ਅਸੀਂ ਜਿੱਤ ਜਾਈਏ। ਸੋ ਐਸੀ ਪ੍ਰਾਰਥਨਾ, ਐਸੀ ਬੇਨਤੀ, ਐਸੀ ਅਰਦਾਸ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਕਰਨੀ ਹੈ। ਗੁਰਮੁਖੋ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਇੱਕ ਬਾਣੀ ਬਖਸ਼ਿਸ਼ ਕੀਤੀ ਹੈ 133 ਅੰਗ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੇ ਇਸ ਬਾਣੀ ਦੇ ਅੰਦਰ ਮਹਾਰਾਜ ਜੋ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਇਹ ਨਵਾਂ ਸਾਲ ਕਿਵੇਂ ਬਤੀਤ ਕਰਨਾ ਚਾਹੀਦਾ ਹੈ, ਜਾਂ ਇਹ ਆਇਆ ਹੋਇਆ ਨਵਾਂ ਮਹੀਨਾ ਜਿਹੜਾ ਅੱਜ ਸਾਨੂੰ ਪ੍ਰਾਪਤ ਹੋਇਆ ਹੈ, ਇਹ ਮਹੀਨਾ ਕਿਵੇਂ ਬਤੀਤ ਕਰਨਾ ਚਾਹੀਦਾ ਹੈ, ਉਹਦੇ ਵਾਸਤੇ ਸਤਿਗੁਰੂ ਉਪਦੇਸ਼ ਬਖਸ਼ਿਸ਼ ਕਰਦੇ। ਆਓ ਕੁਝ ਸਮੇਂ ਵਾਸਤੇ ਮਨ ਦੇ
ਧਿਆਨ ਨੂੰ ਟਿਕਾਈਏ, ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਨ ਕਰਕੇ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। 12 ਮਹਾ ਮਾਝ ਮਹੱਲਾ ਪੰਜਵਾਂ ਘਰ ਚੌਥਾ। 12 ਮਾਹ ਗੁਰਮੁਖੋ 12 ਮਹੀਨਿਆਂ ਦਾ ਨਾਮ ਹੈ। 12 ਨਾਮ ਗਿਣਤੀ ਦਾ ਹੈ, ਮਾਹ ਕਹਿੰਦੇ ਮਹੀਨੇ ਨੂੰ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਰਾਮ ਬਾਗ ਵਾਲੇ ਸਥਾਨ ਤੇ ਬਿਰਾਜੇ ਹੋਏ ਸਨ, ਅੰਮ੍ਰਿਤਸਰ ਦੀ ਧਰਤੀ ਤੇ। ਸਤਿਗੁਰਾਂ ਦੇ ਕੋਲ ਬੇਅੰਤ ਸੰਗਤਾਂ ਆਉਂਦੀਆਂ, ਦਰਸ਼ਨ ਕਰਦੀਆਂ, ਮਨੋਕਾਮਨਾਵਾਂ ਪੂਰੀਆਂ ਕਰਦੀਆਂ। ਤੇ ਸਤਿਗੁਰੂ ਪਾਤਸ਼ਾਹ ਐਸੇ ਸਮਰੱਥ ਨੇ, ਜਿਹੜਾ ਜਿਹੋ ਜਿਹੀ ਭਾਵਨਾ ਲੈ ਕੇ ਆ ਜਾਵੇ ਉਹਦਾ ਭਲਾ ਮਹਾਰਾਜ ਕਰ ਦਿੰਦੇ। ਪਰ ਭਾਵਨਾਵਾਂ ਗੁਰਮੁਖੋ ਸ਼ੁਭ ਹੋਣੀਆਂ ਚਾਹੀਦੀਆਂ, ਅਸ਼ੁਭ ਨਹੀਂ ਹੋਣੀਆਂ ਚਾਹੀਦੀਆਂ। ਸ਼ੁਭ ਭਾਵਨਾ ਲੈ ਕੇ ਸੰਗਤਾਂ ਆਉਂਦੀਆਂ ਨੇ, ਮਹਾਰਾਜ ਨਜ਼ਰੋ ਨਜ਼ਰੀ ਨਿਹਾਲ ਕਰ ਦਿੰਦੇ, ਬਖਸ਼ਿਸ਼ਾਂ ਕਰਦੇ। ਇੱਕ ਬਹੁਤ ਜ਼ਿਆਦਾ ਪੜ੍ਹਿਆ ਹੋਇਆ ਪੰਡਤ ਵਿਦਵਾਨ, ਜਿਸ ਨੇ ਸੰਸਕ੍ਰਿਤ ਪੜ੍ਹੀ ਹੋਈ ਹੈ, ਹੋਰ ਵੀ ਕਈ ਭਾਸ਼ਾ ਤੇ ਕਈ ਗ੍ਰੰਥ ਪੜ੍ਹੇ ਹੋਏ, ਆ ਗਿਆ ਮਹਾਰਾਜ ਦੇ ਕੋਲ ਬੇਨਤੀ ਕਰਦਾ, ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਜੀ, ਮੈਂ ਗ੍ਰੰਥ ਤੇ ਬੜੇ ਪੜ੍ਹੇ ਹੋਏ, ਪਰ ਮੇਰੇ ਕੋਲੋਂ ਕਥਾ ਨਹੀਂ ਸੁਣਦਾ ਕੋਈ ਵੀ। ਮਹਾਰਾਜ ਜੀ ਨੇ ਪੁੱਛਿਆ ਵੀ ਕਾਰਨ ਕੀ ਹੈ, ਕਿਉਂ ਨਹੀਂ ਸੁਣਦੇ ਲੋਕ ਤੇਰੇ ਕੋਲੋਂ ਸ਼ਾਸਤਰਾਂ ਦੇ ਬਚਨ, ਗ੍ਰੰਥਾਂ ਦੇ ਬਚਨ। ਤੇ ਬੇਨਤੀ ਕਰਦਾ ਹੈ ਕਿ ਮਹਾਰਾਜ ਮੇਰੀ ਜ਼ੁਬਾਨ ਦੇ ਵਿੱਚ ਰਸ ਨਹੀਂ ਹੈ, ਜਦੋਂ ਮੈਂ ਬੋਲਦਾ ਤੇ ਆਵਾਜ਼ ਮੇਰੀ ਬੜੀ ਫਿੱਕੀ ਜੀ ਹੈ। ਗੁਰਮੁਖੋ ਆਪਾਂ ਸੁਣਦੇ ਨਾ ਕਈ ਵਾਰੀ ਕਥਾ ਕੀਰਤਨ, ਕੋਈ ਕੀਰਤਨ ਕਰਦਾ, ਕੋਈ ਕਥਾ ਕਰਦਾ, ਸਾਨੂੰ ਬੜਾ ਆਨੰਦ ਆਉਂਦਾ, ਜੀ ਕਰਦਾ ਕਿ ਇਸ ਦੇ ਬਚਨ ਸੁਣੀ ਜਾਈਏ, ਸੁਣੀ ਜਾਈਏ। ਤੇ ਕਈ ਵਾਰੀ ਕੋਈ ਬਾਣੀ ਪੜ੍ਹ ਰਿਹਾ ਹੋਵੇ ਜਾਂ ਕੋਈ ਸਾਨੂੰ ਗੀਤ ਸੰਗੀਤ ਸੁਣਾ ਰਿਹਾ ਹੋਵੇ ਤੇ ਸਾਡਾ ਸੁਣਨ ਨੂੰ ਜੀ ਨਹੀਂ ਕਰਦਾ। ਕਾਰਨ ਇਹ ਹੈ ਵੀ ਜ਼ੁਬਾਨ ਦੇ ਵਿੱਚ ਰਸ ਦੇ ਨਾਲ ਸੰਗਤ ਨੂੰ ਵੀ ਰਸ ਤੇ ਆਨੰਦ ਆਉਂਦਾ ਹੈ, ਸੰਗਤ ਦੀ ਵੀ ਇਕਾਗਰਤਾ ਬਣਦੀ ਹੈ। ਇਹਨੇ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਵੀ ਮੈਂ ਪੜ੍ਹਿਆ ਤੇ ਗ੍ਰੰਥ ਬਹੁਤੇ ਹਾਂ, ਪਰ ਬਹੁਤੇ ਗ੍ਰੰਥ ਪੜ੍ਹਨ ਦੇ ਬਾਵਜੂਦ ਵੀ ਮੈਨੂੰ ਕੋਈ ਸੁਣਨਾ ਪਸੰਦ ਤਾਂ ਨਹੀਂ ਕਰਦਾ, ਕਿਉਂਕਿ ਮੇਰੀ ਜ਼ੁਬਾਨ ਦੇ ਵਿੱਚ ਬਹੁਤਾ ਰਸ ਨਹੀਂ। ਜਦੋਂ ਮੈਂ ਬਚਨ ਬੋਲਦਾ ਲੋਕ ਸੁਣਨਾ ਨਹੀਂ ਚਾਹੁੰਦੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੱਸ ਫਿਰ ਤੇਰੇ ਵਾਸਤੇ ਅਸੀਂ ਕੀ ਕਰ ਸਕਦੇ। ਕਹਿਣ ਲੱਗਾ ਮਹਾਰਾਜ ਤੁਹਾਡੇ ਕੋਲ ਤੇ ਸੰਗਤ ਆਉਂਦੀ ਹੈ, ਰੋਜ਼ ਦੀ ਰੋਜ਼ ਆਉਂਦੀ ਹੈ, ਤੁਹਾਡੇ ਦਰਸ਼ਨਾਂ ਵਾਸਤੇ ਤੇ ਸੰਗਤ ਨੇ ਬੈਠਣਾ ਹੀ ਹੁੰਦਾ ਹੈ। ਤੇ ਜਿੰਨਾ ਸਮਾਂ ਸੰਗਤ ਬੈਠਦੀ ਹੈ ਉਹਦੇ ਵਿੱਚੋਂ ਮੈਨੂੰ ਥੋੜ੍ਹਾ, ਕੋਈ 15 ਮਿੰਟ, ਕੋਈ ਅੱਧਾ ਘੰਟਾ ਦਾ ਸਮਾਂ ਦੇ ਦਿਓ। ਸੰਗਤ ਤੁਹਾਨੂੰ ਦਰਸ਼ਨ ਕਰਨ ਆਈ ਹੈ, ਤੁਹਾਡੇ ਬਚਨ ਸਰਵਨ ਕਰਨ ਆਈ ਹੈ, ਮੈਂ ਸ਼ਾਸਤਰਾਂ ਦੇ ਬਚਨ, ਗ੍ਰੰਥਾਂ ਦੇ ਬਚਨ ਸੰਗਤ ਨੂੰ ਸੁਣਾਵਾਂ ਕਰਾਂਗਾ। ਮਹਾਰਾਜ ਕਹਿਣ ਲੱਗੇ ਠੀਕ ਹੈ ਭਾਈ, ਸੁਣਾ ਲਿਆ ਕਰ, ਤੇਰੀ ਇਹ ਮਨਸ਼ਾ ਸ਼ੁਭ ਹੈ ਤੇ ਸ਼ੁਭ ਮਨਸ਼ਾ ਪੂਰੀ ਕਰ ਦਿੰਦੇ। ਗੁਰਮੁਖੋ ਸੁਣਾਉਂਦਾ ਹੈ, ਆ ਕੇ ਸ਼ਾਸਤਰਾਂ ਦੇ ਗ੍ਰੰਥਾਂ ਦੇ ਬਚਨ ਸੁਣਾਉਂਦਾ। ਸੰਗਤ ਵੀ ਮਾਣ ਸਨਮਾਨ ਕਰਦੀ ਔਰ ਮਹਾਰਾਜ ਵੀ ਇਸ ਨੂੰ ਬੜਾ ਸਨਮਾਨ ਵੀ ਦਿੰਦੇ ਔਰ ਧਨ ਵੀ ਇਸ ਨੂੰ ਦਿੰਦੇ। ਕਹਿਣ ਲੱਗੇ ਕੁਝ ਸਮੇਂ ਬਾਅਦ, ਕੁਝ ਕੁ ਮਹੀਨੇ ਬਤੀਤ ਹੋਏ, ਜਿਹੜੇ ਨਾਲ ਦੇ ਪੰਡਤ ਸਨ, ਹੋਰ ਵਿਦਵਾਨ, ਉਹਨਾਂ ਨੇ ਖੁੰਨਸ ਖਾਧੀ, ਈਰਖਾ ਕੀਤੀ ਵੀ ਇਹ ਸਾਡੇ ਤੋਂ ਅੱਗੇ ਨਿਕਲਦਾ ਜਾਂਦਾ। ਉਹਨਾਂ ਨੇ ਸਲਾਹ ਕਰਕੇ ਇਸੇ ਦੇ ਹੀ ਕੰਨ ਭਰ ਦਿੱਤੇ। ਕਹਿਣ ਲੱਗੇ ਗ੍ਰੰਥ ਤੂੰ ਪੜ੍ਹਿਆ, ਕਾਂਸ਼ੀ ਵਿੱਚ ਜਾ ਕੇ ਸ਼ਾਸਤਰ ਤੂੰ ਪੜ੍ਹਿਆ, ਵਿੱਦਿਆ ਤੂੰ ਕਮਾਈ ਹੈ, ਵਿੱਦਿਆ ਤੂੰ ਕਮਾਈ ਹੈ, ਗ੍ਰੰਥ ਤੂੰ ਪੜ੍ਹੇ ਨੇ, ਤੇ ਸੁਣਾਉਂਦਾ ਜਾ ਕੇ ਗੁਰੂ ਦੇ ਕੋਲ ਬੈਠ ਕੇ। ਸੰਗਤ ਤੇ ਗੁਰੂ ਨੂੰ ਮੰਨਦੀ ਹੈ, ਤੈਨੂੰ ਕੋਈ ਨਹੀਂ ਮੰਨਦਾ। ਤੇ ਵਿਚਾਰ ਕਰਨ ਦਾ ਸਵਾਦ ਤੇ ਤਾਂ ਜੇ ਤੈਨੂੰ ਕੋਈ ਮੰਨੇ, ਤੇਰੇ ਮਗਰ ਲੋਕ ਲੱਗ ਜਾਣ। ਇਸ ਦੇ ਦਿਮਾਗ ਦੇ ਵਿੱਚ ਗੁਰਮੁਖੋ ਇਹ ਗੱਲ ਘਰ ਘਰ ਗਈ, ਦਿਮਾਗ ਵਿੱਚ ਇਹ ਗੱਲ ਬੈਠ ਗਈ ਵੀ ਗੱਲ ਤੇ ਠੀਕ ਹੈ, ਮੱਥਾ ਤੇ ਸੰਗਤ ਗੁਰੂ ਅਰਜਨ ਸਾਹਿਬ ਨੂੰ ਟੇਕਦੀ ਹੈ, ਬਚਨ ਮੈਂ ਸੁਣਾਉਂਦਾ। ਹੁਣ ਇਸ ਨੇ ਆਉਣਾ ਬੰਦ ਕਰ ਦਿੱਤਾ, ਦਰਬਾਰ ਵਿੱਚ ਨਹੀਂ ਆਇਆ। ਇਹੋ ਹੀ ਸੰਗਰਾਂਦ ਦਾ ਮਹੀਨਾ ਜਿਹੜਾ ਚੱਲਦਾ ਪਿਆ, ਨਹੀਂ ਆਇਆ। ਮਹਾਰਾਜ ਜੀਆਂ ਨੇ ਇੱਕ ਸਿੱਖ ਨੂੰ ਭੇਜਿਆ, ਕਹਿਣ ਲੱਗੇ ਜਾਓ ਬੁਲਾ ਕੇ ਲਿਆਓ, ਪੁੱਛ ਪੜਤਾਲ ਕਰਕੇ ਆਓ ਵੀ ਅੱਜ ਉਹ ਵਿਦਵਾਨ ਕਥਾ ਕਰਨ ਕਿਉਂ ਨਹੀਂ ਆਇਆ। ਜਦੋਂ ਮਹਾਰਾਜ ਦੇ ਸਿੱਖ ਪਹੁੰਚੇ ਤੇ ਉਸਨੇ ਅੱਗੋਂ ਜਵਾਬ ਇਹ ਦਿੱਤਾ ਵੀ ਗੁਰੂ, ਤੁਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਮੰਨਦੇ ਹੋ,
ਗ੍ਰੰਥਾਂ ਦੇ ਬਚਨ ਮੇਰੇ ਕੋਲੋਂ ਸੁਣਨਾ ਚਾਹੁੰਦੇ ਹੋ? ਮੈਂ ਨਹੀਂ ਸੁਣਾਵਾਂਗਾ। ਮੈਂ ਤੇ ਤਾਂ ਸੁਣਾਵਾਂਗਾ ਜੇ ਮੱਥਾ ਵੀ ਮੈਨੂੰ ਹੀ ਟੇਕੋ, ਬਚਨ ਵੀ ਮੇਰਾ ਹੀ ਮੰਨੋ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਲਾਂਭੇ ਕਰ ਦਿਓ, ਪਰੇ ਕਰ ਦਿਓ। ਸਿੱਖਾਂ ਨੇ ਬਚਨ ਸੁਣਿਆ, ਬੜਾ ਗੁੱਸਾ ਆਇਆ। ਬਾਬਾ ਬੁੱਢਾ ਸਾਹਿਬ ਤੇ ਹੋਰ ਕਈ ਸੰਗਤਾਂ ਵਿੱਚ ਇਹ ਬਚਨ ਫੈਲ ਗਿਆ। ਗੁਰਮੁਖੋ ਸਾਰੀ ਸੰਗਤ ਇਕੱਠੀ ਹੋ ਕੇ ਮਹਾਰਾਜ ਸਾਹਿਬ ਦੇ ਕੋਲ ਆ ਗਈ। ਕਹਿਣ ਲੱਗੇ, ਮਹਾਰਾਜ ਸਾਨੂੰ ਅੱਗੇ ਤੁਸੀਂ ਵਹਿਮਾਂ ਭਰਮਾਂ ਤੋਂ ਛੁਡਾਇਆ। ਇਹ ਜੰਤਰੀ, ਇਹ ਮੰਤਰੀ, ਇਹ ਜਿੰਨੇ ਵੀ ਮੰਤਰ ਨੇ, ਜਿੰਨੀਆਂ ਵੀ ਇਹ ਜੋਤਿਸ਼ ਦੀ ਵਿਦਿਆ ਨੇ, ਜੋਤਿਸ਼ ਦੀਆਂ ਕਿਤਾਬਾਂ ਨੇ, ਜੰਤਰ ਮੰਤਰ, ਗੰਢ ਮੂਲ ਵਗੈਰਾ, ਸ਼ੁਭ ਤੇ ਅਸ਼ੁਭ ਦੀਆਂ ਵਿਚਾਰਾਂ ਤੋਂ ਸਾਨੂੰ ਮਹਾਰਾਜ ਆਪ ਜੀ ਨੇ ਨਿਰਲੇਪ ਕੀਤਾ, ਪਰੇ ਕੀਤਾ, ਵੀ ਮੰਨਣਾ ਨਹੀਂ। ਬਚਨ ਹੈ ਨਾ ਸਤਿਗੁਰੂ ਜੀ ਦਾ, ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਏਕ ਅੰਕਾਰ। ਸਾਹਾ ਕੱਢਣਾ, ਪੱਤਰੀ ਖਿਲਾਉਣੀ ਹੈ, ਟੇਵਾ ਲੱਭਣਾ ਹੈ। ਗੁਰੂ ਕੇ ਸਿੱਖ ਨੂੰ ਲੋੜ ਨਹੀਂ ਹੈ ਕਿਸੇ ਵੀ ਚੀਜ਼ ਦੀ। ਐਸੇ ਭਰਮ ਦੇ ਵਿੱਚ ਨਾ ਪੈ ਜਾਇਓ ਕਿ ਆਹ ਲਗਨ ਚੰਗਾ ਹੈ, ਆਹ ਮੁਹੂਰਤ ਚੰਗਾ ਹੈ, ਆਹ ਦਿਸ਼ਾ ਚੰਗੀ ਹੈ। ਕਿਹੜੀ ਦਿਸ਼ਾ ਹੈ ਜਿਹਦੇ ਵਿੱਚ ਪ੍ਰਮਾਤਮਾ ਨਹੀਂ ਸਮਾਇਆ, ਤੇ ਕਿਹੜੀ ਹੈ ਜਿਹਦੇ ਵਿੱਚ ਸਮਾਇਆ? ਉਹ ਤੇ ਸਾਰਿਆਂ ਥਾਵਾਂ ਤੇ। ਫਿਰ ਦਿਸ਼ਾ ਮਾੜੀ ਕਿਵੇਂ ਹੋਈ? ਸਤਿਗੁਰੂ ਆਪ ਜੀ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ। ਤੇ ਹੁਣ ਮਹਾਰਾਜ ਬਾਣੀ ਵੀ ਇਹੋ ਜਿਹੀ ਰਚ ਦਿਓ, ਅਸੀਂ ਆਪਣੇ ਬੈਠ ਕੇ ਆਪਣਾ ਪਾਠ ਆਪੇ ਹੀ ਕਰ ਲਈਏ ਤੇ ਸਾਨੂੰ ਮਹਾਤਮ ਪਤਾ ਲੱਗ ਜਾਵੇ। ਸਾਨੂੰ ਇਹਨਾਂ ਦੇ ਗੋਚਰਾ ਨਾ ਛੱਡੋ ਕਿ ਅੱਜ ਤੁਹਾਡੇ ਹੁੰਦਿਆਂ ਇਹਨੇ ਇਹ ਗੱਲ ਕਹਿ ਦਿੱਤੀ ਹੈ, ਤੁਸੀਂ ਸਰੀਰ ਕਰਕੇ ਸੰਸਾਰ ਤੋਂ ਚਲੇ ਜਾਓਗੇ, ਬਾਅਦ ਵਿੱਚ ਇਹ ਸਾਡੇ ਨਾਲ ਕੀ ਕਰਿਆ ਕਰਨਗੇ। ਆਪ ਜੀ ਬਾਣੀ ਰਚੋ, ਅਸੀਂ ਬਾਣੀ ਪੜ੍ਹ ਲਈਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਬਾਣੀ ਤੇ ਰਚੀ ਹੋਈ ਹੈ ਤੁਖਾਰੀ ਰਾਗ ਦੇ ਅੰਦਰ, ਉੱਥੋਂ ਪੜ੍ਹ ਲਿਆ ਕਰੋ। ਗੁਰੂ ਨਾਨਕ ਦੇਵ ਪਾਤਸ਼ਾਹ ਨੇ 12 ਮਾਹ ਉਚਾਰਿਆ। ਤੇ ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਬਿਲਕੁਲ ਸੱਚਾ ਬਚਨ ਹੈ ਵੀ ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਨੇ 12 ਮਾਹ ਉਚਾਰਿਆ ਜ਼ਰੂਰ ਹੈ, ਪਰ ਮਹਾਰਾਜ ਉਹ ਬਾਣੀ ਔਖੀ ਹੈ, ਪੜ੍ਹਨ ਵਿੱਚ ਕਠਨ ਲੱਗਦੀ ਹੈ, ਸਮਝ ਨਹੀਂ ਆਉਂਦੀ। ਆਪ ਜੀ ਸੌਖੀ ਬਾਣੀ ਉਚਾਰੋ, ਸੁਖੈਨ ਹੋਵੇ, ਜਿਹੜੀ ਪੜ੍ਹਦਿਆਂ ਨਾਲ ਸਮਝ ਆ ਜਾਵੇ। ਜਾਂ ਆਪਾਂ ਕਹਿ ਲਈਏ ਵੀ ਬਿਲਕੁਲ ਪੰਜਾਬੀ ਦੇ ਵਿੱਚ ਹੀ ਹੋਵੇ, ਅਸੀਂ ਪੜ੍ਹੀਏ ਤੇ ਸਮਝ ਆ ਜਾਵੇ। ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਤੋਂ ਉਪਰੰਤ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਇਹ ਬਾਣੀ ਉਚਾਰੀ ਹੈ। ਇਸ ਬਾਣੀ ਦਾ ਨਾਮ 12 ਮਾਹ, 12 ਮਹੀਨਿਆਂ ਦਾ ਉਪਦੇਸ਼। ਗੁਰਮੁਖੋ ਇਹ 12 ਮਹੀਨਿਆਂ ਦੀ ਬਾਣੀ ਤਿੰਨਾਂ ਗੁਰੂਆਂ ਨੇ ਉਚਾਰੀ ਹੈ। ਕਈ ਵਾਰੀ ਅਸੀਂ ਪੁੱਛ ਲੈਂਦੇ, ਜਾਂ ਕਈ ਵਾਰੀ ਸਾਡੇ ਮਨ ਵਿੱਚ ਇਹ ਸਵਾਲ ਆ ਜਾਂਦਾ ਵੀ ਇਹ 12 ਮਾਹ ਬਾਣੀ ਕਿਸ ਕਿਸ ਗੁਰੂ ਨੇ ਉਚਾਰੀ ਹੈ। ਸਭ ਤੋਂ ਪਹਿਲਾਂ ਬਾਣੀ ਉਚਾਰੀ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਨੇ, 12 ਮਾਹ ਦੀ, ਤੁਖਾਰੀ ਰਾਗ ਵਿੱਚ ਪੜ੍ਹ ਸਕਦੇ ਹੋ। ਤੇ ਉਸ ਤੋਂ ਬਾਅਦ ਵਿੱਚ ਇਹ ਬਾਣੀ ਉਚਾਰੀ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਮਾਝ ਰਾਗ ਵਿੱਚ, ਜਿਹੜੀ ਆਪਾਂ ਹੁਣ ਪੜ੍ਹਨ ਜਾ ਰਹੇ ਹਾਂ। ਤੇ ਉਸ ਤੋਂ ਬਾਅਦ ਵਿੱਚ ਫਿਰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਵੀ 12 ਮਹੀਨਿਆਂ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਐਸੇ 3 ਗੁਰੂ ਸਾਹਿਬਾਨ ਨੇ ਜਿਨ੍ਹਾਂ ਨੇ ਇਸ ਬਾਣੀ ਨੂੰ, ਮਹੀਨਿਆਂ ਦੇ ਉਪਦੇਸ਼ ਨੂੰ ਬਖਸ਼ਿਆ। 12 ਮਾਹ ਮਾਝ, ਮਾਝ ਰਾਗ ਦਾ ਨਾਮ ਹੈ। ਮਾਝ ਰਾਗ ਦੇ ਅੰਦਰ 12 ਮਹੀਨਿਆਂ ਦਾ ਉਪਦੇਸ਼। ਮਹੱਲਾ 5ਵਾਂ, ਮਹੱਲਾ ਨਾਮ ਗੁਰਮੁਖੋ ਸਰੂਪ ਦਾ ਹੈ, ਤੇ ਸਰੂਪ ਹੈ 5ਵਾਂ ਗੁਰੂ ਨਾਨਕ ਦੇਵ ਪਾਤਸ਼ਾਹ ਦਾ। ਗੁਰੂ ਨਾਨਕ ਦੇਵ ਪਾਤਸ਼ਾਹ ਦਾ 5ਵਾਂ ਸਰੂਪ ਗੁਰੂ ਅਰਜਨ ਦੇਵ ਨੇ 5ਵੀਂ ਥਾਂ ਤੇ ਉਹ ਗੁਰਤਾ ਗੱਦੀ ਤੇ ਬੈਠੇ ਸਨ। ਘਰ ਚੌਥਾ, ਚੌਥੇ ਘਰ ਦੇ ਅੰਦਰ ਇਸ ਉਪਦੇਸ਼ ਨੂੰ ਮਹਾਰਾਜ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਬਖਸ਼ਿਸ਼ ਕਰਦੇ, ਮੰਗਲਾਚਰਨ ਕਰਦੇ, ਕਹਿਣ ਲੱਗੇ, ਗੁਰਮੁਖੋ ਪਰਮਾਤਮਾ ਇੱਕ ਹੈ। ਅੱਜ ਸਾਡੇ ਵਿੱਚ ਬਹੁਤ ਜ਼ਿਆਦੀਆਂ ਵੰਡੀਆਂ, ਪਹਿਲਾਂ ਤੋਂ ਹੀ ਵੈਸੇ ਤੇ ਧਰਮ ਦੀਆਂ ਵੰਡੀਆਂ ਪਈਆਂ, ਪਰ ਅੱਜ ਸਿਆਸੀ ਲੀਡਰਾਂ ਨੇ ਬਹੁਤੀਆਂ ਪਾ ਦਿੱਤੀਆਂ। ਹਿੰਦੂ ਨੂੰ ਮੁਸਲਮਾਨ ਨਾਲ ਲੜਾਇਆ ਜਾਂਦਾ, ਮੁਸਲਮਾਨ ਨੂੰ ਸਿੱਖ ਨਾਲ ਲੜਾਇਆ ਜਾਂਦਾ, ਸਿੱਖ ਨੂੰ ਕਿਸੇ ਹੋਰ ਦੂਜੇ ਤੀਜੇ ਨਾਲ ਲੜਾਇਆ ਜਾਂਦਾ। ਤੇਰਾ ਰੱਬ ਵੱਖਰਾ ਹੈ, ਤੇਰਾ ਭਗਵਾਨ ਵੱਖਰਾ ਹੈ, ਤੇਰਾ ਅੱਲਾ ਵੱਖਰਾ ਹੈ। ਐਸੀਆਂ ਕੁਝੀਆਂ ਹਰਕਤਾਂ ਕਰਕੇ ਇੱਕ ਦੂਜੇ ਦਾ ਵੈਰੀ ਬਣਾ ਦਿੱਤਾ, ਪਰ ਅਸਲ ਦੇ ਵਿੱਚ ਪਰਮਾਤਮਾ ਹੈ ਇੱਕ ਹੀ।
ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਕੀਤੇ ਵੇਸ। ਹੁਣ ਠੰਡ ਲੰਘੀ ਹੈ ਨਾ, ਗਰਮੀ ਆਉਂਦੀ ਪਈ ਹੈ, ਬਸੰਤ ਚੱਲਦੀ ਪਈ ਹੈ, ਫੁੱਲ ਖਿੜਦੇ ਪਏ, ਪੱਤੇ ਨਿਕਲਦੇ ਪਏ, ਤੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਸੂਰਜ ਬਦਲ ਗਿਆ। ਸਿਆਲ ਵਾਲਾ ਸੂਰਜ ਹੋਰ ਸੀ ਤੇ ਹੁਣ ਵਾਲਾ ਹੁਣ ਹੋਰ ਆ ਗਿਆ। ਅੱਗੇ ਗਰਮੀ ਆ ਜਾਣੀ ਹੈ ਤੇ ਕੋਈ ਇਹ ਨਹੀਂ ਕਹਿ ਸਕਦਾ ਵੀ ਗਰਮੀ ਆ ਗਈ ਹੈ ਤੇ ਸੂਰਜ ਬਦਲ ਗਿਆ, ਨਵਾਂ ਸੂਰਜ ਆ ਗਿਆ, ਤਾਂ ਮੌਸਮ ਬਦਲਿਆ, ਤਾਂ ਰੁੱਤ ਬਦਲੀ ਹੈ। ਗੁਰਮੁਖੋ ਸੂਰਜ ਉਹੀ ਹੈ ਜਿਹੜਾ ਸਿਆਲ ਵਿੱਚ, ਜਿਹੜਾ ਗਰਮੀ ਵਿੱਚ, ਜਿਹੜਾ ਪਤਝੜ ਦੇ ਵਿੱਚ, ਜਿਹੜਾ ਬਸੰਤ ਵਿੱਚ ਹੈ। ਰੁੱਤ ਬਦਲਦੀ ਹੈ, ਰੁੱਤ ਬਦਲਣ ਨਾਲ ਸੂਰਜ ਨਹੀਂ ਬਦਲਦਾ। ਇਸੇ ਤਰ੍ਹਾਂ ਪ੍ਰਮਾਤਮਾ ਇੱਕ ਹੈ, ਉਹਦੇ ਰੂਪ ਕਈ ਨੇ, ਕਦੇ ਕਿਸੇ ਰੂਪ ਵਿੱਚ ਆ ਜਾਂਦਾ, ਕਦੇ ਕਿਸੇ ਰੂਪ ਵਿੱਚ ਆ ਜਾਂਦਾ, ਪਰ ਹੈ ਉਹ ਇੱਕ ਹੀ, ਬਦਲਦਾ ਨਹੀਂ। ਤਾਂ ਉਹਨੂੰ ਲਿਖਿਆ ਇੱਕ ਓਅੰਕਾਰ। ਓਅੰਕਾਰ ਉਹਦੇ ਕਈ ਨਾਮ ਨੇ, ਪਰਮਾਤਮਾ ਦੇ ਨਾਮ ਕਈ ਨੇ, ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਕਈ ਨਾਮ ਜਿਨ੍ਹਾਂ ਦੀ ਗਿਣਤੀ ਨਾ ਹੋਵੇ। ਸਹਿਸ ਫਨੀ ਸੇਖ ਅੰਤ ਨਾ ਜਾਣੈ। ਗ੍ਰੰਥਾਂ ਵਿੱਚ ਲਿਖਿਆ ਵੀ 1000 ਮੂੰਹ ਵਾਲਾ ਸੱਪ ਹੈ, ਉਹਦਾ 1000 ਮੂੰਹ ਪਰਮਾਤਮਾ ਨੇ ਲਾਇਆ। ਇੱਕ ਮੂੰਹ ਦੇ ਵਿੱਚ ਉਹਦੇ 2 ਜ਼ੁਬਾਨਾਂ ਰੱਬ ਨੇ ਪਾਈਆਂ ਨੇ। 2000 ਜ਼ੁਬਾਨ ਦੇ ਨਾਲ ਉਹ ਪਰਮਾਤਮਾ ਦਾ ਨਿਤ ਨਵਾਂ ਨਾਮ ਲੈਂਦਾ ਹੈ। ਜਿਹੜਾ ਅੱਜ ਨਾਮ ਲੈ ਲਿਆ ਉਹ ਕੱਲ੍ਹ ਨੂੰ ਨਹੀਂ ਲੈਣਾ, ਕੱਲ੍ਹ ਨੂੰ ਨਵਾਂ ਨਾਮ ਲੈਣਾ ਪਰਮਾਤਮਾ ਦਾ, ਉਹਦੀ ਵਡਿਆਈ ਦੇ ਵਿੱਚ। 2000 ਨਵਾਂ ਨਾਮ ਲੈਣ ਵਾਲਾ ਸ਼ੇਸ਼ ਨਾਗ ਵੀ ਪਰਮਾਤਮਾ ਤੇਰੇ ਨਾਵਾਂ ਦਾ ਅੰਤ ਨਹੀਂ ਪਾ ਸਕਿਆ, ਤੇਰਾ ਅੰਤ ਤੇ ਪਾਉਣਾ ਦੂਰ ਦੀ ਗੱਲ ਹੈ। ਮੇਰੇ ਨਾਮ ਦਾ ਕੋਈ ਮਤਲਬ ਬਣਾ ਲਵੇਗਾ, ਤੁਹਾਡੇ ਨਾਮ ਦਾ ਕੋਈ ਮਤਲਬ ਕੱਢ ਲਵੇਗਾ, ਇੱਕ ਮਤਲਬ ਨਿਕਲੇਗਾ, 2 ਨਿਕਲ ਜਾਣਗੇ। ਸ਼ੇਸ਼ ਨਾਗ ਤੇ ਰੋਜ਼ 2000 ਨਾਮ ਲੈਂਦਾ, ਨਵਾਂ ਨਾਮ ਜਿਹੜਾ ਇੱਕ ਵਾਰੀ ਲੈ ਲਿਆ, ਦੂਜੀ ਵਾਰੀ ਨਹੀਂ। ਤੇਰੀ ਸਿਫਤ ਵਿੱਚ ਨਵਾਂ ਨਾਮ ਲਵੇਗਾ, ਪਰ ਐਸਾ ਨਵੇਂ ਨਾਮ ਲੈਣ ਵਾਲਾ ਵੀ ਤੇਰੇ ਨਾਵਾਂ ਦਾ ਅੰਤ ਨਹੀਂ ਪਾ ਸਕਦੇ। ਆਪਾਂ ਤੁਸੀਂ ਅਸੀਂ ਕੀ ਅੰਤ ਪਾ ਸਕਦੇ ਹਾਂ? ਤਾਂ ਹੀ ਮਹਾਰਾਜ ਨੇ ਲਿਖਿਆ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ। ਅੰਤ ਨਾ ਪਾਇਆ ਕਿਨਹਿ ਤੇਰਾ, ਕਿਸੇ ਨੇ ਵੀ ਨਹੀਂ ਪਾਇਆ। ਇਕੱਲੇ ਮੇਰੀ ਗੱਲ ਨਹੀਂ, ਤੁਹਾਡੀ ਗੱਲ ਨਹੀਂ, ਕਿਨਹਿ ਤੋਂ ਭਾਵ ਹੁੰਦਾ ਕੋਈ ਵੀ, ਭਾਵੇਂ ਉਹ ਸ਼ੇਸ਼ ਨਾਗ ਹੀ ਕਿਉਂ ਨਾ ਹੋਵੇ, ਰੋਜ਼ 2000 ਨਵਾਂ ਨਾਮ ਲੈਣ ਵਾਲਾ, ਤੇਰਾ ਅੰਤ ਤੇ ਉਹਨੇ ਵੀ ਨਹੀਂ ਪਾਇਆ। ਤਾਂ ਲਿਖਿਆ ਇੱਕ ਓਅੰਕਾਰ, ਪਰਮਾਤਮਾ ਇੱਕ ਹੈ। ਓਅੰਕਾਰ ਉਹਦਾ ਕਈ ਨਾਮਾਂ ਦੇ ਵਿੱਚੋਂ ਇੱਕ ਨਾਮ ਹੈ। ਸਤਿਗੁਰ ਪ੍ਰਸਾਦ, ਗੁਰੂ ਕਿਰਪਾ ਨਾਲ ਐਸੇ ਪਰਮਾਤਮਾ ਦੀ ਪ੍ਰਾਪਤੀ ਕਰਦੇ ਹਾਂ। ਕਿਰਤ ਕਰਮ ਕੇ ਵਿਛੁੜੇ, ਕਰ ਕਿਰਪਾ ਮਿਲੋ ਰਾਮ। ਜੇ ਆਪਣੇ ਦੋਸ਼ ਬਖਸ਼ਾਉਣਾ ਚਾਹੁੰਦੇ ਆ ਨਾ, ਦੋਸ਼ ਗੁਨਾਹ, ਤੇ ਸਾਰਿਆਂ ਤੋਂ ਪਹਿਲਾਂ ਅਭਿਮਾਨ ਛੱਡਣਾ ਪਵੇਗਾ, ਹੰਕਾਰ। ਜਿੰਨਾ ਚਿਰ ਹੰਕਾਰ ਨਹੀਂ ਛੱਡਦੇ ਉਹਨਾਂ ਚਿਰ ਦੋਸ਼ ਮਾਫ ਨਹੀਂ ਹੋਣੇ। ਤੇ ਕਈ ਵਾਰੀ ਬੰਦਾ ਝੂਠਾ ਵੀ ਹੋਵੇ, ਗੁਨਾਹਗਾਰ ਵੀ ਹੋਵੇ, ਤਾਂ ਵੀ ਉਹ ਜਿੱਦ ਕਰਦਾ, ਤਾਂ ਵੀ ਉਹ ਚਰਚਾ ਕਰਦਾ, ਵਿਚਾਰ ਕਰਦਾ ਜਾਂ ਝਗੜਾ ਕਰਦਾ। ਉਹ ਸਾਡੀ ਆਦਤ ਬਣ ਗਈ ਹੈ। ਅਸੀਂ ਪਰਮਾਤਮਾ ਦੇ ਨਾਲ ਵੀ ਝਗੜਾ ਕਰਦੇ ਹਾਂ। ਨਹੀਂ, ਮੈਨੂੰ ਆਹ ਦੁੱਖ ਮਿਲਿਆ ਤੇ ਮਿਲਿਆ ਕਿਉਂ ਹੈ, ਮੈਂ ਤੇ ਆਹ ਕੰਮ ਕੀਤਾ ਹੀ ਨਹੀਂ। ਦੁਨੀਆ ਦੇ ਸਾਹਮਣੇ ਮੁਕਰਨ ਕਰਕੇ ਸਾਡੀ ਆਦਤ ਬਣ ਗਈ ਹੈ। ਅਸੀਂ ਪਰਮਾਤਮਾ ਦੇ ਅੱਗੇ ਵੀ ਅੜਦੇ ਹਾਂ, ਪਰਮਾਤਮਾ ਮੈਨੂੰ ਆਹ ਸਜ਼ਾ ਮਿਲੀ ਹੈ ਤੇ ਮਿਲੀ ਕਿਉਂ ਹੈ? ਕਿਉਂਕਿ ਮੇਰੇ ਮਨ ਵਿੱਚ ਹੰਕਾਰ ਹੈ ਕਿ ਮੇਰੇ ਵਰਗਾ ਹੈ ਹੀ ਕੋਈ ਨਹੀਂ, ਮੈਂ ਤੇ ਗੁਨਾਹ ਕਰਦਾ ਹੀ ਨਹੀਂ। ਮਹਾਰਾਜ ਕਹਿਣ ਲੱਗੇ ਲੇਖਾ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨ। ਇੱਕ ਖਿਣ ਦੇ ਵਿੱਚ ਤੂੰ ਗਲਤੀ ਕਰਦਾ, ਇੱਕ ਦੂਜੇ ਖਿਣ ਵਿੱਚ ਹੋਰ ਗਲਤੀ ਕਰਦਾ। ਜੇ ਆਪਣੇ ਕਰਮ ਬਖਸ਼ਾਉਣਾ ਚਾਹੁੰਦਾ ਨਾ, ਦੋਸ਼ ਬਖਸ਼ਾਉਣਾ ਚਾਹੁੰਦਾ, ਤੇ ਪਰਮਾਤਮਾ ਦੇ ਅੱਗੇ ਬੇਨਤੀ ਕਰ, ਪਰ ਬੇਨਤੀ ਕਰ ਨਿਮਰਤਾ ਵਿੱਚ ਆ ਕੇ, ਹੰਕਾਰ ਨੂੰ ਪਰੇ ਕਰਕੇ। ਤੇਰੇ ਦੋਸ਼ ਤਾਂ ਬਖਸ਼ੇ ਜਾਣੇ, ਨਹੀਂ ਤੇ ਬਖਸ਼ੇ ਨਹੀਂ ਜਾਣੇ। ਕੀ ਬੇਨਤੀ ਕਰ? ਕਿਰਤ ਕਰਮ ਕੇ ਵਿਛੜੇ। ਪਰਮਾਤਮਾ ਤੂੰ ਨਹੀਂ ਸਾਨੂੰ ਵਿਛੋੜਿਆ, ਤੂੰ ਨਹੀਂ ਸਾਨੂੰ ਦੂਰ ਕੀਤਾ, ਅਸੀਂ ਆਪਣੇ ਕੰਮਾਂ ਕਰਕੇ ਤੇਰੇ ਤੋਂ ਦੂਰ ਹੋ ਗਏ। ਤੂੰ ਤੇ ਸਾਨੂੰ ਆਪਣੇ ਨਾਲ ਹੀ ਰੱਖਿਆ ਸੀ, ਪਰ ਅਸੀਂ ਆਪਣੇ ਕਰਮ ਹੀ ਇਹੋ ਜਿਹੇ ਮਾੜੇ ਕੀਤੇ, ਤੇਰੇ ਨਾਲੋਂ ਅਸੀਂ ਦੂਰ ਹੋ ਗਏ। ਇਹ ਬੇਨਤੀ ਕਰ। ਅਸੀਂ ਆਖਦੇ ਹਾਂ ਪਰਮਾਤਮਾ ਸਾਡੇ ਤੋਂ ਦੂਰ ਹੋ ਗਿਆ, ਆਪਾਂ ਆਮ ਹੀ ਕਹਿੰਦੇ ਰੱਬ ਤੇ ਬੜਾ ਦੂਰ ਹੋ ਗਿਆ, ਮੇਰੀ ਤੇ ਸੁਣਦਾ ਹੀ ਨਹੀਂ।
ਰੱਬ ਨਹੀਂ ਦੂਰ ਹੋਇਆ, ਰੱਬ ਤੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਉਹ ਤੇ ਉਦਣ ਵੀ ਨਾਲ ਸੀ ਜਿੱਦਣ ਤੈਨੂੰ ਜਨਮ ਮਿਲਿਆ, ਜਨਮ ਤੋਂ ਪਹਿਲਾਂ ਵੀ ਉਹ ਤੇਰੇ ਨਾਲ ਸੀ, ਜਨਮ ਤੋਂ ਮਗਰੋਂ ਵੀ ਤੇਰੇ ਨਾਲ ਹੈ। ਪਰਮਾਤਮਾ ਤੇਰੇ ਤੋਂ ਦੂਰ ਨਹੀਂ ਹੋਇਆ। ਜੇ ਦੂਰ ਹੋਇਆ ਤੇ ਤੂੰ ਉਹਦੇ ਕੋਲੋਂ ਹੋਇਆ। ਪਰ ਆਪਾਂ ਕਹਿ ਦਿੰਦੇ ਆ ਰੱਬ ਮੇਰੇ ਤੋਂ ਦੂਰ ਹੋ ਗਿਆ, ਮੇਰੀ ਤੇ ਸੁਣਦਾ ਨਹੀਂ। ਸੁਣਦਾ ਜ਼ਰੂਰ ਹੈ ਪਰ ਤੈਨੂੰ ਸੁਣਾਉਣੀ ਨਹੀਂ ਆਉਂਦੀ, ਕਿਉਂਕਿ ਤੂੰ ਦੂਰ ਹੋ ਗਿਆ। ਬੇਨਤੀ ਕਰ ਕਿਰਤ ਕਰਮ ਕੇ ਵਿਛੜੇ। ਮਹਾਰਾਜ ਮੈਂ ਕਰਮੀ ਇਹੋ ਜਿਹੇ ਪਾਪ ਦੇ ਗੁਨਾਹ ਦੇ ਕੀਤੇ, ਤੇਰੇ ਨਾਲੋਂ ਵਿਛੜ ਗਿਆ, ਤੇਰੇ ਤੋਂ ਦੂਰ ਹੋ ਗਿਆ, ਪਰੇ ਹੋ ਗਿਆ, ਤੇ ਮੇਰੇ ਤੇ ਕਿਰਪਾ ਕਰੋ। ਕਰ ਕਿਰਪਾ ਮਿਲੋ ਰਾਮ। ਮਹਾਰਾਜ ਮੈਂ ਦੂਰ ਤੇ ਹੋ ਗਿਆ ਆ, ਪਰ ਮੈਨੂੰ ਮੇਲ ਤੁਸੀਂ ਆਪਣੇ ਨਾਲ ਤੁਸੀਂ ਸਕਦੇ ਹੋ। ਨਿਖੜ ਤੇ ਮੈਂ ਗਿਆ, ਦੂਰ ਤੇ ਹੋ ਗਿਆ, ਪਰ ਨੇੜੇ ਤੁਹਾਡੀ ਕਿਰਪਾ ਬਿਨਾਂ ਨਹੀਂ ਜੇ ਹੋਇਆ ਜਾਣਾ। ਦੂਰ ਤੇ ਹੋ ਗਿਆ, ਮੇਰੇ ਮਾੜੇ ਕਰਮ, ਮੇਰੇ ਕੰਮ ਮਾੜੇ, ਮੇਰੀਆਂ ਕਰਤੂਤਾਂ ਮਾੜੀਆਂ। ਪਰ ਜੇ ਮੈਂ ਕਹਾਂ ਵੀ ਹੁਣ ਤੁਹਾਡੇ ਨੇੜੇ ਲੱਗਣਾ, ਆਪਣੇ ਆਪ ਨਹੀਂ। ਤੁਹਾਡੇ ਨੇੜੇ ਮੈਂ ਤਾਂ ਲੱਗ ਸਕਦਾ ਜੇ ਤੁਸੀਂ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਲਾ ਲਵੋ। ਜਿਹੇ ਘਰ ਕਥਾ ਹੋਤ ਹਰ ਸੰਤਨ। ਜਿਸ ਦਰਬਾਰ ਦੇ ਵਿੱਚ ਪਰਮਾਤਮਾ ਦੀ ਕਥਾ ਹੋਵੇ, ਕੀਰਤਨ ਹੋਵੇ, ਪਾਠ ਹੋਵੇ, ਜਾਂ ਜਿੱਥੇ ਸਾਧੂ ਬੈਠ ਕੇ ਨਾਮ ਜਪਦੇ ਹੋਣ। ਨਿਮਖ ਨਾ ਕੀਨੋ ਮੈਂ ਫੇਰਾ। ਉੱਥੇ ਮੈਂ ਇੱਕ ਫੇਰਾ ਪਾਉਣਾ ਵੀ ਔਖਾ ਸਮਝਿਆ। ਜਿੱਥੇ ਕਥਾ ਹੋ ਰਹੀ ਹੈ ਨਾ, ਕੀਰਤਨ ਹੋ ਰਿਹਾ, ਪਾਠ ਹੋ ਰਿਹਾ, ਜਾਂ ਸਾਧੂ ਬੈਠ ਕੇ ਨਾਮ ਜਪਦੇ, ਜੇ ਸਾਨੂੰ ਉਸ ਕਮਰੇ ਵਿੱਚ ਜਾਣਾ ਪਵੇ ਤਾਂ ਔਖਾ ਲੱਗਦਾ ਵੀ ਜੁੱਤੀ ਉਤਾਰਨੀ ਪਵੇਗੀ, ਉੱਥੇ ਜਾ ਕੇ ਬੈਠਣਾ ਪਵੇਗਾ, ਦੂਜਿਆਂ ਦੇ ਨਾਲ ਰਾਮ ਰਾਮ ਕਰਨਾ ਪਵੇਗਾ। ਸਾਡਾ ਮਨ ਹੁੰਦਾ ਵੀ ਮੈਂ ਬਾਹਰ ਦੀ ਬਾਹਰ ਹੀ ਮੁੜ ਜਾਵਾਂ। ਜਾਂ ਕਈ ਵਾਰੀ ਅਸੀਂ ਸਾਰਾ ਦਿਨ ਗੁਰਦੁਆਰੇ ਆਉਂਦੇ ਜ਼ਰੂਰ ਆ ਕੇ ਬੈਠੇ ਹਾਂ, ਗੱਲਾਂ ਬਾਤਾਂ ਕੀਤੀਆਂ, ਚਲੇ ਗਏ, ਦਰਬਾਰ ਦੀ ਹਾਜ਼ਰੀ ਨਹੀਂ ਭਰੀ ਹੈ। ਜਿਹੇ ਘਰ ਕਥਾ ਹੋਤ ਹਰ ਸੰਤਨ। ਜਿਸ ਦਰਬਾਰ ਦੇ ਵਿੱਚ ਪਰਮਾਤਮਾ ਦੀ ਵਡਿਆਈ ਹੁੰਦੀ ਹੈ, ਨਿਮਖ ਨਾ ਕੀਨੋ ਮੈਂ ਫੇਰਾ। ਮੈਂ ਇੱਕ ਫੇਰਾ ਪਾਉਣਾ ਵੀ ਉੱਥੇ ਠੀਕ ਨਹੀਂ ਸਮਝਿਆ ਵੀ ਮੈਂ ਕਿਉਂ ਜਾਵਾਂ। ਬਾਹਰ ਦੀ ਬਾਹਰ ਹੀ ਮੁੜ ਗਿਆ, ਕਦੇ ਰੱਬ ਦਾ ਨਾਮ ਸੁਣਿਆ ਨਹੀਂ। ਲੰਪਟ ਚੋਰ ਦੂਤ ਮਤ ਵਾਰੇ। ਜਿਹੜੇ ਮਸਤ ਹੋਏ ਦੂਤ ਨੇ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਮੈਂ ਉਹਨਾਂ ਦੇ ਨਾਲ ਲਪਟਿਆ ਹੋਇਆ, ਚਿੰਬੜਿਆ ਹੋਇਆ। ਤਿੰਨ ਸੰਗ ਸਦਾ ਬਸੇਰਾ। ਮੇਰਾ ਤੇ ਸਦਾ ਵਾਹ ਹੀ ਕਾਮ ਦੇ ਨਾਲ ਹੈ, ਕਦੇ ਕ੍ਰੋਧ ਦੇ ਨਾਲ ਹੈ, ਕਦੇ ਲੋਭ ਦੇ ਨਾਲ ਹੈ, ਕਦੇ ਮੋਹ ਦੇ ਨਾਲ ਹੈ। ਮੈਂ ਤੇ ਸਦਾ ਇਹਨਾਂ ਵਿੱਚ ਪਿਆ ਹੋਇਆ ਹਾਂ। ਚਾਰ ਕੁੰਟ ਦਾ ਦਿਸ ਭਰਮੈ, ਥਕ ਆਏ ਪ੍ਰਭ ਕੀ ਸਾਮ। ਸਤਿਗੁਰੂ ਜੀ ਚਾਰ ਕੁੰਟ, ਕੁੰਟ ਕਹਿੰਦੇ ਗੁਰਮੁਖੋ ਦਿਸ਼ਾਵਾਂ। ਮੈਨੂੰ ਕਿਸੇ ਨੇ ਆਖਿਆ ਵੀ ਦੱਖਣ ਵਿੱਚ ਬੜੇ ਸੁੱਖ ਨੇ, ਮੈਂ ਉੱਧਰ ਨੂੰ ਚਲਾ ਗਿਆ। ਕਿਸੇ ਨੇ ਆਖਿਆ ਵੀ ਉੱਤਰ ਦੇ ਵਿੱਚ, ਕਸ਼ਮੀਰ ਦੇ ਵਿੱਚ ਬੜੇ ਸੁੱਖ ਨੇ, ਮੈਂ ਉੱਧਰ ਨੂੰ ਤੁਰ ਪਿਆ। ਕੋਈ ਆਖਦਾ ਪੂਰਬ ਦੇ ਵੱਲ ਚੜ੍ਹਦੇ ਨੂੰ ਬੜੇ ਸੁੱਖ ਨੇ, ਕੋਈ ਆਂਦਾ ਲਹਿੰਦੇ ਨੂੰ ਪੱਛਮ ਦੇ ਵੱਲ ਬੜੇ ਸੁੱਖ ਨੇ। ਚਾਰ ਕੁੰਟ, ਕਦੇ ਦੱਖਣ ਨੂੰ ਜਾਂਦਾ, ਕਦੇ ਉੱਤਰ ਨੂੰ ਜਾਂਦਾ, ਕਦੇ ਪੂਰਬ ਤੇ ਕਦੇ ਪੱਛਮ ਨੂੰ ਜਾਂਦਾ। ਗੇੜੇ ਗੇੜੇ ਕੱਢ ਕੱਢ ਕੇ ਥੱਕ ਗਿਆ, ਪਰ ਸੁੱਖ ਨਹੀਂ ਕਿਤੇੋਂ ਮਿਲਿਆ। ਲੋਕ ਜਾਂਦੇ ਨਾ, ਇਸ ਦੇਸ਼ ਦੀ ਹਵਾ ਗੰਦੀ ਹੋ ਗਈ, ਖਰਾਬ ਹੋ ਗਈ, ਦੂਜੇ ਦੇਸ਼ ਚੱਲੀਏ। ਇੱਥੋਂ ਦਾ ਪਾਣੀ ਖਰਾਬ ਹੋ ਗਿਆ, ਦੂਜੇ ਦੇਸ਼ ਚੱਲੀਏ। ਦੇਸਾਂ ਵਿਦੇਸਾਂ ਦੀ ਯਾਤਰਾ ਤੇ ਬੜੀ ਕਰ ਲਈ ਹੈ, ਕਦੇ ਦੱਖਣ ਨੂੰ, ਕਦੇ ਉੱਤਰ ਨੂੰ, ਕਦੇ ਪੂਰਬ ਨੂੰ, ਕਦੇ ਪੱਛਮ ਨੂੰ। ਥੱਕ ਗਏ ਭੱਜ ਭੱਜ ਕੇ, ਦੌੜ ਦੌੜ ਕੇ। ਸਾਡੇ ਵਹੀਕਲ ਵੀ ਥੱਕ ਗਏ, ਪਰ ਮਹਾਰਾਜ ਥੱਕਣ ਦੇ ਬਾਵਜੂਦ ਵੀ ਪ੍ਰਾਪਤੀ ਕੁਝ ਨਹੀਂ ਹੋਈ, ਖਾਲੀ ਰਹਿ ਗਏ। ਥੱਕ ਆਏ ਪ੍ਰਭ ਕੀ ਸ਼ਾਮ। ਤੁਹਾਡੀ ਸ਼ਰਨ ਵਿੱਚ ਆ ਗਏ, ਸਾਰੀ ਦੁਨੀਆ ਵੇਖ ਕੇ ਘੁੰਮ ਕੇ, ਕਿਸੇ ਪਾਸਿਓਂ ਵੀ ਕੋਈ ਕਿਨਾਰਾ ਨਹੀਂ ਮਿਲਿਆ। ਬਲਕਿ ਕਦੇ ਤੇ ਉੱਤਰ ਦੇ ਵੱਲ ਜਾ ਕੇ ਸਰੀਰ ਬਣਾ ਲਿਆ, ਉੱਥੇ ਸਰੀਰ ਛੱਡਿਆ, ਅਗਲਾ ਜਨਮ ਮਿਲ ਗਿਆ ਦੱਖਣ ਦੇ ਵਾਲੇ ਪਾਸੇ। ਉੱਥੇ ਸਰੀਰ ਛੱਡਿਆ, ਅਗਲਾ ਜਨਮ ਮਿਲ ਗਿਆ ਪੱਛਮ ਦੇ ਵਾਲੇ ਪਾਸੇ, ਮੁਸਲਮਾਨ ਬਣ ਗਿਆ। ਅਗਲਾ ਜਨਮ ਮਿਲਿਆ ਪੂਰਬ ਦੇ ਵਾਲੇ ਪਾਸੇ। ਮਹਾਰਾਜ ਚਾਰੇ ਦਿਸ਼ਾਵਾਂ ਦੇ ਵਿੱਚ ਚਾਰ ਵਾਰੀ ਸਰੀਰ ਧਾਰ ਲਿਆ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਪਰ ਕਿਤਿਓਂ ਵੀ ਪ੍ਰਾਪਤੀ ਨਹੀਂ ਹੋਈ। ਫਿਰ ਬਖਸ਼ਿਸ਼ ਕਰਦੇ ਹਨ। ਚਾਰ ਕੁੰਟ ਦਾ ਦਿਸ ਭਰਮੈ,
ਥਕ ਆਏ ਪ੍ਰਭ ਕੀ ਸਾਮ। ਗੁਰਮੁਖੋ 4 ਕੁੰਟ ਨੇ, ਅੰਡਜ ਜੇਰਜ ਸੇਤਜ ਤੇ ਉਤਪੁਜ 4 ਖਾਣੀਆਂ ਨੇ। ਅੰਡਜ ਤੋਂ ਭਾਵ 84 ਲੱਖ ਜੂਨਾਂ ਵਿੱਚੋਂ ਕੁਝ ਜੂਨਾਂ ਉਹ ਨੇ ਜਿਹੜੀਆਂ ਆਂਡਿਆਂ ਵਿੱਚੋਂ ਪੈਦਾ ਹੁੰਦੀਆਂ। ਮਹਾਰਾਜ ਆਂਡਿਆਂ ਵਿੱਚੋਂ ਵੀ ਜਨਮ ਲੈ ਲਿਆ, ਜਿਵੇਂ ਮੁਰਗੀ ਹੈ, ਜਿਵੇਂ ਸੱਪ ਹੈ, ਕੋੜ ਕਿਰਲੀ ਹੈ, ਕੱਛੂ ਕੁੰਮਾ, ਇਹ ਸਾਰੇ ਆਂਡੇ ਵਿੱਚੋਂ ਪੈਦਾ ਹੁੰਦੇ। ਉਹਨਾਂ ਵਿੱਚ ਵੀ ਜਨਮ ਲੈ ਲਿਆ, ਉੱਥੇ ਵੀ ਕੁਝ ਨਹੀਂ ਮਿਲਿਆ, ਉੱਥੇ ਵੀ ਥੱਕ ਗਿਆ, ਘੁੰਮ ਕੇ। ਜੇਰਜ ਨਾਮ ਜੇਰ ਦਾ, ਕੁਝ ਜਨਮ ਜੇਰ ਵਿੱਚੋਂ ਮਿਲੇ, ਕੱਟਾ ਵੱਛਾ ਬਣ ਗਿਆ, ਹੋਰ ਕੋਈ ਪਸ਼ੂ ਬਣ ਗਿਆ, ਮਨੁੱਖ ਵੀ ਬਣ ਗਿਆ। ਮਨੁੱਖ ਦਾ ਜਨਮ ਵੀ ਜੇਰ ਵਿੱਚੋਂ ਹੀ ਹੈ। ਪਰ ਮਹਾਰਾਜ ਇਹ ਵੀ ਜਨਮ ਲੈ ਲਿਆ, ਇੱਥੇ ਵੀ ਕੋਈ ਪ੍ਰਾਪਤੀ ਨਹੀਂ ਹੋਈ। ਘੁੰਮ ਕੇ ਦੁਨੀਆ ਦੇ ਚੱਕਰ ਕੱਢ ਕੇ ਥੱਕ ਗਿਆ, ਪਰ ਕੁਛ ਨਹੀਂ ਮਿਲਿਆ। ਤੇ ਸੇਤਜ ਨਾਮ ਗੁਰਮੁਖੋ ਪਸੀਨੇ ਦਾ, ਮੁੜਕੇ ਦਾ। ਪਸੀਨੇ ਤੋਂ ਬਣ ਗਿਆ ਚਿਚੜ, ਜੂਆਂ, ਚਮ ਜੂਆਂ ਇਤਿਆਦਿਕ ਬਣ ਗਈਆਂ। ਜੂਆਂ ਦੇ ਜਨਮ ਵੀ ਲੈ ਲੈ, ਚਿਚੜਾਂ ਦੇ ਵੀ ਲੈ ਲੈ, ਪਸ਼ੂਆਂ ਦੇ ਸਰੀਰਾਂ ਤੇ ਗੇੜੇ ਕੱਢ ਲੈ, ਪਰ ਪਰਮਾਤਮਾ ਪ੍ਰਾਪਤੀ ਕਿਤੇੋਂ ਨਹੀਂ ਹੈ। ਹੁਣ ਤੇਰੀ ਸ਼ਰਨ ਵਿੱਚ ਆ ਗਿਆ। ਤੇ ਗੁਰਮੁਖੋ ਉਤਪੁਜ ਨਾਮ ਬਨਸਪਤੀ ਦਾ, ਖੇਤੀ ਦਾ, ਫਸਲਾਂ ਦਾ, ਰੁੱਖਾਂ ਦਾ। ਇਹ ਜਿੰਨੇ ਪੇੜ ਪੌਦੇ ਨੇ ਸਾਰੇ ਮੈਂ ਬਣਿਆ, ਕਦੇ ਬੋਹੜ ਬਣ ਗਿਆ, ਪਿੱਪਲ ਬਣ ਗਿਆ, ਕੇਲਾ ਬਣ ਗਿਆ, ਅਮਰੂਦ ਬਣ ਗਿਆ। ਇਹਨਾਂ ਵਿੱਚ ਵੀ ਜਨਮ ਲੈ ਲਏ ਨੇ। ਇਹ ਜਨਮ ਲੈਣ ਦੇ ਬਾਵਜੂਦ ਵੀ ਇਹਦੇ ਵਿੱਚੋਂ ਵੀ ਕੋਈ ਪ੍ਰਾਪਤੀ ਨਹੀਂ। 4 ਕੁੰਟ, 4 ਖਾਣੀਆਂ ਵਿੱਚ ਚੱਕਰ ਲਾਏ। ਦਹਿ ਦਿਸ ਭ੍ਰਮੇ, 10 ਦਿਸ਼ਾਵਾਂ ਵਿੱਚ ਚੱਕਰ ਲਾ ਲਿਆ। ਥੱਕ ਕੇ ਪਰਮਾਤਮਾ ਤੇਰੀ ਸ਼ਰਨ ਵਿੱਚ ਆਏ, ਪਰ ਲੱਭਿਆ ਕਿਤਿਓਂ ਕੁਝ ਨਹੀਂ। ਫਿਰ ਬਖਸ਼ਿਸ਼ ਕਰਦੇ ਹਨ। 4 ਕੁੰਟ ਦਾ ਦਿਸ ਭ੍ਰਮੈ, ਥਕ ਆਏ ਪ੍ਰਭ ਕੀ ਸਾਮ। ਗੁਰਮੁਖੋ 4 ਖਾਣੀਆਂ ਤੇ 10 ਦਿਸ਼ਾ, ਉੱਤਰ, ਦੱਖਣ, ਪੂਰਬ ਤੇ ਪੱਛਮ, ਇਹ 4 ਦਿਸ਼ਾ ਨੇ। ਤੇ 4 ਦਿਸ਼ਾਵਾਂ ਦੇ ਨਾਲ 4 ਹੀ ਕੋਨਾਂ ਨੇ, ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ 4 ਨੁੱਕਰਾਂ। ਹੁਣ ਆਪਾਂ ਇਸ ਬਿਲਡਿੰਗ ਦੇ ਵਿੱਚ ਬੈਠੇ ਆ ਨਾ, ਇਹਦੀਆਂ 4 ਕੰਧਾਂ ਨੇ, ਪਰ 4 ਹੀ ਨਾਲ ਇਹਦੇ ਕੋਨੇ ਨੇ। ਇਸੇ ਤਰ੍ਹਾਂ ਇਹ ਦੁਨੀਆ ਦੇ ਵੀ 4 ਕੋਨੇ ਨੇ। ਕਹਿਣ ਲੱਗੇ ਅਗਨ ਕੋਣ, ਵੈਣ ਕੋਣ, ਈਸਾਨ ਕੋਣ ਤੇ ਨੈਰਤ ਕੋਣ। ਇਹ ਉਹਨਾਂ ਕੋਨਾਂ ਦੇ ਨਾਮ ਨੇ ਗ੍ਰੰਥਾਂ ਵਿੱਚ ਲਿਖੇ ਹੋਏ। 4 ਦਿਸ਼ਾਵਾਂ ਤੇ 4 ਕੋਨਾਂ, 8। 9ਵੀਂ ਧਰਤੀ ਤੇ 10ਵਾਂ ਆਕਾਸ਼, ਇਹਨੂੰ ਮੰਨਿਆ ਜਾਂਦਾ 10 ਦਿਸ਼ਾਵਾਂ। ਜੇ ਕੋਈ ਪੁੱਛ ਲਵੇ ਨਾ ਵੀ 10 ਦਿਸ਼ਾ ਕਿਹੜੀਆਂ ਨੇ, ਇਹ ਨੇ 10 ਦਿਸ਼ਾ। 4 ਕੋਨਾਂ ਤੇ 4 ਉੱਤਰ, ਦੱਖਣ, ਪੂਰਬ, ਪੱਛਮ ਦਿਸ਼ਾ, 9ਵੀਂ ਧਰਤੀ ਤੇ 10ਵਾਂ ਆਕਾਸ਼। ਮਹਾਰਾਜ ਕਦੇ ਧਰਤੀ 'ਚ ਜਨਮ ਲੈ ਲਿਆ, ਕਦੇ ਆਕਾਸ਼ ਵਿੱਚ ਜਨਮ ਲੈ ਲਿਆ, ਕਦੇ ਅਗਨ ਕੋਣ ਵੱਲ ਚਲੇ ਗਏ, ਇਸੇ ਤਰ੍ਹਾਂ ਕਦੇ ਵੈਣ ਕੋਣ ਵੱਲ ਚਲੇ ਗਏ, ਕਦੇ ਈਸਾਨ ਤੇ ਕਦੇ ਨੈਰਤ ਕੋਣ ਵੱਲ ਚਲੇ ਗਏ। ਵੱਖ ਵੱਖ ਕੋਨਾਂ ਦੇ ਵਿੱਚ, ਕਹਿ ਲਈਏ ਨੁਕਰਾਂ ਦੇ ਵਿੱਚ ਵੀ ਜਨਮ ਧਰਤੀ ਦੇ ਲੈ ਕੇ ਵੇਖ ਲੈ। ਮਹਾਰਾਜ ਥੱਕ ਗਏ, ਕਿਤਿਓਂ ਕੁਝ ਨਹੀਂ ਮਿਲਿਆ। ਥੱਕ ਕੇ ਹੁਣ ਤੁਹਾਡੀ ਸ਼ਰਨ ਵਿੱਚ ਆਏ ਹਾਂ, ਸਾਡੇ ਤੇ ਕਿਰਪਾ ਕਰੋ। ਬਖਸ਼ਿਸ਼ ਕਰਦੇ ਹਨ। ਤੈਨ ਦੁੱਧਾ ਤੇ ਬਾਹਰੀ, ਕਿਤੇ ਨਾ ਆਵੇ ਕਾਮ। ਸਤਿਗੁਰੂ ਪਾਤਸ਼ਾਹ ਨੇ ਫਿਰ ਬਚਨ ਕੀਤਾ, ਕਹਿਣ ਲੱਗੇ ਗੁਰਮੁਖੋ ਵੀ ਤੁਹਾਨੂੰ ਮਨੁੱਖਾ ਦੇਹ ਤੇ ਦੇ ਦਿੱਤੀ ਹੈ ਨਾ, ਤੇ ਹੁਣ ਮਨੁੱਖਾ ਦੇਹ ਦਿੱਤੀ ਹੈ ਤੇ ਇਹਦੇ ਤੋਂ ਕੰਮ ਲਓ। ਹੁਣ ਸਾਡੇ ਤੋਂ ਕੀ ਭਾਲਦਾ? ਜੇ ਆਪਾਂ ਕਿਸੇ ਨੂੰ ਥੋੜ੍ਹਾ ਉਹਨੂੰ ਚਾਹੀਦਾ ਹੋਵੇ ਤੇ ਥੋੜ੍ਹੇ ਤੋਂ ਬਹੁਤਾ ਦੇ ਦਈਏ, ਤੇ ਫਿਰ ਆਪਾਂ ਆਖੀਦਾ ਵੀ ਹੁਣ ਤੇ ਆਪਣਾ ਕੰਮ ਸਾਰ, ਹੁਣ ਕੀ ਲੱਭਦਾ ਤੂੰ? ਸਤਿਗੁਰੂ ਕਹਿਣ ਲੱਗੇ ਤੂੰ ਮਨੁੱਖਾ ਜਨਮ ਲੈਣ ਦੇ ਕਾਬਲ ਨਹੀਂ ਸੀ, ਪਰ ਫਿਰ ਵੀ ਤੈਨੂੰ ਮਨੁੱਖਾ ਦੇਹ ਹੀ ਦਿੱਤੀ ਹੈ। ਹੁਣ ਮਨੁੱਖਾ ਦੇਹ ਲੈ ਕੇ ਵੀ ਲੱਭਦਾ ਪਿਆ ਵੀ ਸਾਨੂੰ ਕੁਝ ਹੋਰ ਮਿਲੇ। ਤੇ ਫਿਰ ਸਿੱਖ ਬੇਨਤੀ ਕਰਦਾ ਹੈ, ਧੇਨ ਦੁੱਧ ਹੈ ਤੇ ਬਾਹਰੀ। ਕਹਿਣ ਲੱਗੇ ਗਾਂ ਜੇ ਦੁੱਧ ਨਾ ਦੇਵੇ, ਫੰਡਰ ਹੋ ਜਾਵੇ, ਲਫੰਡਰ ਹੋ ਜਾਵੇ, ਕਿਤੇ ਨਾ ਆਵੇ ਕਾਮ। ਗਾਂ ਕਿਸੇ ਕੰਮ ਨਹੀਂ ਆਉਂਦੀ। ਗਾਂ ਦਾ ਕੰਮ ਇੱਕੋ ਹੀ ਹੈ ਵੀ ਦੁੱਧ ਦੇਣਾ। ਜੇ ਦੁੱਧ ਨਹੀਂ ਦੇਵੇਗੀ, ਗਾਂ ਨੂੰ ਤੇ ਹਲਾਂ ਤੇ ਵੀ ਨਹੀਂ ਜੋਇਆ ਜਾ ਸਕਦਾ। ਅਜੇ ਲੋਕੀ ਮੱਝ ਨੂੰ ਜਾਂ ਝੋਟੀ ਨੂੰ ਜੇ ਉਹ ਨਾ ਕੰਮ ਦਿੰਦੀ ਹੋਵੇ ਤੇ ਲੋਕ ਉਸ ਨੂੰ ਹਲ 'ਤੇ ਜੋੜ ਲੈਂਦੇ, ਪਰ ਕਦੇ ਕਿਸੇ ਨੇ ਗਾਂ ਨੂੰ ਹਲ 'ਤੇ ਜੋੜਿਆ ਨਹੀਂ ਵੇਖਿਆ, ਨਾ ਕੋਈ ਜੋੜਦਾ। ਮਹਾਰਾਜ ਜੇ ਗਾਂ ਦੁੱਧ ਨਾ ਦੇਵੇ ਤੇ ਉਹ ਕਿਸੇ ਕੰਮ ਨਹੀਂ ਆਉਂਦੀ ਹੈ। ਫਿਰ ਬਖਸ਼ਿਸ਼ ਕਰਦੇ ਹਨ। ਤੈਨ ਦੁੱਧਾ ਤੇ ਬਾਹਰੀ, ਕਿਤੇ ਨਾ ਆਵੇ ਕਾਮ। ਇਸੇ ਤਰ੍ਹਾਂ ਮਹਾਰਾਜ ਸਾਡੇ ਕੋਲ ਨਿਸ਼ਕਾਮ ਕਰਮ ਨਹੀਂ। ਇਹ ਦੁੱਧ ਨਹੀਂ ਸਾਡੇ ਕੋਲ, ਇਹ ਸਾਡਾ ਜਿਹੜਾ ਸਰੀਰ ਹੈ ਨਾ ਦੇਹੀ, ਇਹ ਹੈ ਗਾਂ।
ਪਰ ਇਸ ਸਰੀਰ ਦੇ ਨਾਲ ਅਸੀਂ ਕਦੇ ਨਿਸ਼ਕਾਮ ਕਰਮ ਨਹੀਂ ਕੀਤਾ। ਮੈਂ ਇੱਕ ਚਾਦਰ ਵੀ ਝਾੜੀ ਹੈ ਨਾ ਕਿਸੇ ਦੇ ਨਾਲ, ਤੇ ਨਾਲ ਹੀ ਫੁਰਨਾ ਹੁੰਦਾ ਵੀ ਮੈਨੂੰ ਇਹ ਮਿਲ ਜਾਵੇ। ਕਿਤੇ ਝਾੜੂ ਮਾਰ ਲਿਆ, ਕਿਤੇ ਕੋਈ ਬਾਟਾ ਭਾਂਡਾ ਮਾਂਜ ਲਿਆ, ਕਿਤੇ ਕੋਈ ਜੋੜਾ ਝਾੜ ਲਿਆ, ਕਿਤੇ ਕੋਈ 10 ਰੁਪਈਏ ਦਾਨ ਕਰ ਦਿੱਤੇ, ਨਾਲ ਹੀ ਵੱਡੀ ਅਰਦਾਸ ਕੀਤੀ ਹੈ ਵੀ ਮੈਨੂੰ ਇਹਦਾ ਫਲ ਇਹ ਮਿਲ ਜਾਵੇ, ਨਾਲ ਦੀ ਨਾਲ ਫਲ ਮੰਗਿਆ। ਦੇਹੀ ਦੇ ਨਾਲ ਕੰਮ ਜ਼ਰੂਰ ਕੀਤਾ ਪਰ ਨਿਸ਼ਕਾਮ ਨਹੀਂ ਕੀਤਾ। ਨਿਸ਼ਕਾਮ ਕੰਮ ਨਹੀਂ ਕੀਤਾ ਤੇ ਸਮਝ ਲਾ ਵੀ ਜਿਵੇਂ ਗਾਂ ਦੁੱਧ ਨਹੀਂ ਦਿੰਦੀ ਹੈ, ਉਹ ਕਿਸੇ ਕੰਮ ਨਹੀਂ ਆਉਂਦੀ, ਤੇਰਾ ਸਰੀਰ ਵੀ ਕੰਮ ਨਹੀਂ ਆਇਆ। ਇੱਕ ਪਾਸੇ ਕੰਮ ਕੀਤਾ, ਦੂਜੇ ਪਾਸੇ ਨਾਲ ਹੀ ਫਲ ਲੈ ਲਿਆ। ਧੇਨ ਦੁੱਧ ਹੈ ਤੇ ਬਾਹਰੀ, ਇਹ ਸਾਡੀ ਜਿਹੜੀ ਧੇਨ ਸਰੀਰ ਹੈ ਨਾ, ਸਰੀਰ ਰੂਪੀ ਗਊ ਹੈ, ਇਹ ਨਿਸ਼ਕਾਮ ਕਰਮਾਂ ਤੋਂ ਪਰੇ ਹੈ। ਨਿਸ਼ਕਾਮ ਕਰਮ ਨਹੀਂ ਕਦੇ ਕੀਤਾ, ਕੰਮ ਮਗਰੋਂ ਕੀਤਾ, ਫੁਰਨਾ ਪਹਿਲਾਂ ਰੱਖਿਆ। ਧੇਲੀ ਦੇ ਕੇ ਤੇ ਹਵੇਲੀ ਦੀ ਮੰਗ ਹੋਈ ਹੈ। ਕਿਸੇ ਮੰਗਤੇ ਨੇ ਆਖਿਆ ਦਾਨ ਦੇ, ਦਾਨ ਦਿੱਤਾ, ਜੇਬ ਦੇ ਵਿੱਚੋਂ ਧੇਲੀ। ਮੰਗਤੇ ਨੂੰ ਆਖਿਆ ਮੈਨੂੰ ਅਸੀਸ ਦੇ ਕਿ ਮੈਂ ਵੱਡੀ ਹਵੇਲੀ ਦਾ ਮਾਲਕ ਬਣ ਜਾਵਾਂ। ਦਾਨ ਕੀਤਾ ਜ਼ਰੂਰ ਹੈ ਪਰ ਧੇਲੀ ਦੇ ਕੇ ਹਵੇਲੀ ਮੰਗੀ ਹੈ। ਦਾਨ ਕਰਕੇ ਨਿਸ਼ਕਾਮਤਾ ਨਹੀਂ ਮੰਗੀ, ਨਿਸ਼ਕਾਮ ਨਹੀਂ ਹੋਇਆ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਓ, ਇਸ ਕਰਕੇ ਅਸੀਂ ਨਿਸ਼ਕਾਮ ਨਹੀਂ ਹੋਏ ਤੇ ਸਾਡੇ ਪਾਸੋਂ ਧਰਮ, ਅਰਥ, ਕਾਮ, ਮੋਕਸ਼ ਇਹ ਫਲਾਂ ਰੂਪੀ ਦੁੱਧ ਪ੍ਰਾਪਤ ਨਹੀਂ ਹੋ ਸਕਦਾ ਹੈ। ਚਲ ਬਿਨ ਸਾ ਕੁਮਲਾਵਤੀ ਉਪਜੈ ਹੈ ਨਾਹੀ ਦਾਮ। ਇਹ ਨਹਿ ਬੁੱਧ ਬਹੁ ਸ਼ਾਸਤਰ ਪੜ੍ਹੇ। ਬੰਦਾ ਜਿੰਨੇ ਮਰਜ਼ੀ ਗ੍ਰੰਥ ਪੜ੍ਹ ਲਵੇ, ਗ੍ਰੰਥ ਪੜ੍ਹ ਕੇ ਵਿਦਵਾਨ ਬਣ ਜਾਵੇ, ਤੇ ਕਿਸੇ ਨੇ ਲਿਖਿਆ ਵੀ ਇਹ ਕੋਈ ਬਹੁਤੀ ਸਿਆਣੀ ਗੱਲ ਨਹੀਂ ਵੀ ਗ੍ਰੰਥ ਪੜ੍ਹ ਲਿਆ ਤੇ ਮੈਂ ਸਿਆਣਾ ਹੋ ਗਿਆ। ਕਈ ਵਾਰੀ ਬਹੁਤੇ ਗ੍ਰੰਥ ਪੜ੍ਹੇ, ਬਹੁਤੇ ਸਿਆਣੇ ਕਰਤੂਤ ਇਹੋ ਜਿਹੀ ਕਰਦੇ, ਲੋਕ ਉਹਨਾਂ ਨੂੰ ਵੇਖਣਾ ਪਸੰਦ ਨਹੀਂ ਕਰਦੇ। ਇਹ ਨਾ ਬੁੱਧ ਬਹੁਤ ਸ਼ਾਸਤਰ ਪੜ੍ਹੇ, ਮਤਾ ਇਹ ਸੋਚਿਓ ਵੀ ਬਹੁਤੇ ਸ਼ਾਸਤਰ, ਬਹੁਤੇ ਗ੍ਰੰਥ, ਬਹੁਤੀਆਂ ਕਿਤਾਬਾਂ ਪੜ੍ਹ ਕੇ ਇਹ ਬੰਦਾ ਬੜਾ ਸਿਆਣਾ ਬਣ ਗਿਆ। ਨਹੀਂ, ਸਿਆਣਾ ਜੇ ਹੁੰਦਾ ਤੇ ਨਾਮ ਜਪਦਾ। ਨਾਮ ਨਹੀਂ ਜਪਿਆ ਤੇ ਗ੍ਰੰਥ ਪੜ੍ਹ ਕੇ ਵੀ ਸਿਆਣਾ ਨਹੀਂ ਬਣਿਆ। ਇਹ ਨਾ ਬੁੱਧ ਬਹੁਤ ਤੋੜੇ ਗੜੇ, ਗੜੇ ਤੋਂ ਭਾਵ ਹੁੰਦਾ ਕਿਲਾ। ਕੋਈ ਬੰਦਾ ਫੌਜ ਲੈ ਕੇ ਗਿਆ, ਉਹਨੇ ਇੱਕ ਕਿਲਾ ਜਿੱਤਿਆ, ਦੂਜਾ ਜਿੱਤ ਲਿਆ, ਤੀਜਾ ਜਿੱਤ ਲਿਆ, ਦੇਸ਼ ਦਾ ਰਾਜ ਵੀ ਲੈ ਲਿਆ। ਮਤਾ ਸਮਝਿਓ ਵੀ ਇਹ ਬੜਾ ਸਿਆਣਾ ਵੀ ਜਿਹੜਾ ਕਿਲੇ ਤੋੜਨੇ ਜਾਣਦਾ ਹੈ। ਜੇ ਸਿਆਣਪ ਹੁੰਦੀ ਤੇ ਨਾਲ ਨਾਮ ਜਪਦਾ, ਪਰ ਉਹ ਨਹੀਂ ਜਪ ਸਕਿਆ। ਤੇ ਤੀਜਾ ਬਚਨ ਵਿਦਵਾਨਾਂ ਨੇ ਲਿਖਿਆ, ਇਹ ਨਹਿ ਬੁੱਧ ਬਹੁ ਦੇਸ਼ ਕਮਾਏ। ਇਸ ਦੇਸ਼ ਵਿੱਚ ਵੀ ਫੈਕਟਰੀ ਹੈ, ਉੱਥੇ ਵੀ ਮੇਰਾ ਬਿਜ਼ਨਸ ਹੈ, ਅਗਲੇ ਦੇਸ਼ ਵਿੱਚ ਵੀ ਮੇਰੀ ਕੰਪਨੀ ਹੈ, ਕਈਆਂ ਦੇਸ਼ਾਂ ਵਿੱਚ ਮੇਰਾ ਬਿਜ਼ਨਸ ਹੈ, ਮੈਂ ਜਿੱਥੇ ਜਾਵਾਂ ਮੈਨੂੰ ਜੀ ਆਇਆਂ ਕਹਿੰਦੇ। ਮਹਾਰਾਜ ਕਹਿਣ ਲੱਗੇ ਵੀ ਕੋਈ ਬਹੁਤੀ ਸਿਆਣਪ ਨਹੀਂ, ਜਿੱਦਣ ਮਰਿਆ ਦੇਸ਼ ਵੀ ਇੱਥੇ ਰਹਿਣਾ, ਕੰਪਨੀ ਵੀ ਇੱਥੇ ਰਹਿਣੀ ਹੈ। ਜਪਿਆ ਨਾਮ ਨਾਲ ਜਾਣਾ, ਪਰ ਉਹ ਨਹੀਂ ਜਪ ਸਕਿਆ। ਤੇ ਚੌਥਾ ਬਚਨ ਕਰਦੇ, ਇਹ ਨਾ ਬੁੱਧ ਬਹੁ ਲੋਕ ਰਿਝਾਏ। ਕਈ ਬੰਦੇ ਗੱਲਾਂ ਬਾਤਾਂ ਕਰਨ ਵਿੱਚ ਬੜੇ ਸਿਆਣੇ, ਤੇ ਗੱਲਾਂ ਬਾਤਾਂ ਕਰਕੇ ਬੜਾ ਲੋਕਾਂ ਨੂੰ ਖੁਸ਼ ਕਰ ਲੈਂਦੇ, ਹਸਾ ਲੈਂਦੇ, ਮਗਰ ਲਾ ਲੈਂਦੇ, ਕਮੇਡੀਅਨ ਬਣ ਜਾਂਦੇ। ਜਾਂ ਭਲੇ ਦੇ ਕੰਮ ਹੀ ਇੰਨੇ ਕੀਤੇ, ਦੁਨੀਆ ਮਗਰ ਤੁਰੀ ਫਿਰਦੀ ਹੈ। ਜਿੰਨੀ ਮਰਜ਼ੀ ਦੁਨੀਆ ਮਗਰ ਲਾ ਲਾ, ਇਹ ਸਿਆਣਪ ਕੋਈ ਨਹੀਂ ਹੈ। ਸਿਆਣਪ ਤੇ ਇਹ ਸੀ ਜੇ ਰੱਬ ਦਾ ਨਾਮ ਜਪਦਾ ਤੇ ਮਨੁੱਖਾ ਜਨਮ ਦਾ ਭਲਾ ਹੋ ਜਾਂਦਾ ਹੈ। ਚਲ ਬਿਨ ਸਾ ਕੁਮਲਾਵਤੀ ਉਪਜੈ ਨਾਹੀ ਦਾਮ। ਮਹਾਰਾਜ ਜੀ, ਪਾਣੀ ਤੋਂ ਬਿਨਾਂ ਖੇਤੀ ਸੜ ਜਾਂਦੀ ਹੈ। ਸੜ ਗਈ ਖੇਤੀ ਪਾਣੀ ਬਿਨਾਂ, ਉਹਦੇ ਦਮੜੇ ਨਹੀਂ ਵੱਟੇ ਜਾਂਦੇ। ਮੰਡੀ ਵਿੱਚ ਉਸ ਫਸਲ ਨੂੰ ਲੈਂਦਾ ਕੋਈ ਨਹੀਂ ਹੈ, ਕਿਉਂਕਿ ਉਹ ਸੜ ਗਈ ਹੈ। ਇਸੇ ਤਰ੍ਹਾਂ ਫਰਮਾਉਂਦੇ ਹਨ, ਜਲ ਬਿਨ ਸਾ ਕਮਲਾਵਤੀ ਉਪਜੈ ਨਾਹੀ ਦਾਮ। ਮਹਾਰਾਜ, ਪ੍ਰੇਮ ਰੂਪੀ ਜਲ ਤੋਂ ਬਿਨਾਂ ਇਹ ਸ਼ੁਭ ਗੁਣਾਂ ਦੀ ਖੇਤੀ ਸੜਦੀ ਜਾਂਦੀ ਹੈ। ਸਾਡੇ ਕੋਲ ਪ੍ਰੇਮ ਨਹੀਂ ਰਹਿ ਗਿਆ, ਨਫ਼ਰਤ ਰਹਿ ਗਈ ਹੈ। ਸਾਡੇ ਅੰਦਰ ਕ੍ਰੋਧ ਹੀ ਕ੍ਰੋਧ ਰਹਿ ਗਿਆ। ਅਸੀਂ ਤੇ ਸੜਕ ਤੇ ਜਾਂਦੇ ਵੀ ਦੂਜੇ ਨੂੰ ਅੱਖਾਂ ਕੱਢਦੇ ਜਾਂਦੇ ਵੀ ਤੂੰ ਮੈਨੂੰ ਹਾਰਨ ਕਿਉਂ ਮਾਰਿਆ, ਤੂੰ ਮੈਨੂੰ ਰਾਹ ਕਿਉਂ ਨਹੀਂ ਦਿੱਤਾ, ਤੂੰ ਮੈਨੂੰ ਪਹਿਲ ਕਿਉਂ ਨਹੀਂ ਦਿੱਤੀ ਹੈ। ਤੇ ਜੇ ਆਪਾਂ ਗੁਰਦੁਆਰੇ ਆ ਜਾਈਏ ਤੇ ਲੰਗਰ ਦੀ ਲਾਈਨ ਲੱਗੀ ਹੋਵੇ ਤੇ ਉੱਥੇ ਵੀ ਅਸੀਂ ਲੜਦੇ ਹਾਂ ਵੀ ਪਹਿਲਾਂ ਮੈਂ ਅੱਗੇ ਹੋਣਾ, ਮੈਨੂੰ ਕਿਉਂ ਰੋਕਿਆ। ਬੜਾ ਕ੍ਰੋਧ ਹੈ। ਅਸੀਂ ਤੇ ਦਰਬਾਰ ਸਾਹਿਬ ਦਰਸ਼ਨ ਕਰਨ ਚਲੇ ਜਾਈਏ, ਜੇ ਕਿਤੇ ਉੱਥੇ ਲਾਈਨ ਲੱਗ ਜਾਵੇ ਸਾਡਾ ਤੇ ਉੱਥੇ ਝਗੜਾ ਸ਼ੁਰੂ ਹੋ ਜਾਂਦਾ। ਅਸੀਂ ਉੱਥੇ ਜਾ ਕੇ ਬਹਾਨਾ ਲਾਉਂਦੇ ਹਾਂ, ਮੈਂ ਤੇ ਬਿਮਾਰ ਹਾਂ, ਮੇਰੇ ਤੋਂ ਤੇ ਖਲੋਤਾ ਨਹੀਂ ਜਾਂਦਾ, ਮੈਨੂੰ ਦੂਜੇ ਰਸਤੇ ਥਾਣੀ ਛੇਤੀ ਕੱਢੋ। ਐਡੇ ਵੱਡੇ ਘਰ ਵਿੱਚ ਗਿਆ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ। ਉੱਥੇ ਜਾ ਕੇ ਵੀ ਕਹਿੰਦਾ ਮੈਂ ਬਿਮਾਰ ਹਾਂ, ਉੱਥੋਂ ਤੰਦਰੁਸਤੀ ਲੈ ਕੇ ਆ, ਸੁੱਖ ਮੰਗ, ਤੂੰ ਤੇ ਬਿਮਾਰੀ ਮੰਗਦਾ ਪਿਆ।
ਕਾਹਦੇ ਵਾਸਤੇ? ਇੱਕ ਮੱਥਾ ਟੇਕਣ ਵਾਸਤੇ ਵੀ ਛੇਤੀ ਟੇਕ ਲਵਾਂ। ਕ੍ਰੋਧ ਭਰਿਆ, ਮਾਨ ਭਰਿਆ। ਮਹਾਰਾਜ ਕਹਿਣ ਲੱਗੇ ਪ੍ਰੇਮ ਦਾ ਜਲ, ਪ੍ਰੇਮ ਸਾਡੇ ਵਿੱਚੋਂ ਖਤਮ ਹੋ ਗਿਆ। ਪ੍ਰੇਮ ਤੋਂ ਬਿਨਾਂ ਸ਼ੁਭ ਗੁਣ ਵੀ ਖਤਮ ਹੋ ਜਾਂਦੇ। ਸ਼ੁਭ ਗੁਣ ਤਾਂ ਰਹਿੰਦੇ ਕੋਲ ਜੇ ਪ੍ਰੇਮ ਹੋਵੇ, ਜੇ ਪ੍ਰੇਮ ਨਹੀਂ ਤੇ ਸ਼ੁਭ ਗੁਣ ਨਹੀਂ। ਤੇ ਮਹਾਰਾਜ ਕਹਿਣ ਲੱਗੇ ਜੇ ਸ਼ੁਭ ਗੁਣ ਨਹੀਂ ਸਾਡੇ ਕੋਲ ਪ੍ਰਾਪਤ ਹੋਏ ਤੇ ਮੁਕਤੀ ਰੂਪੀ ਦਮੜੇ ਨਹੀਂ ਵਟੇ ਜਾਣਗੇ। ਸ਼ੁਭ ਗੁਣਾ ਬਿਨਾ ਮੁਕਤੀ ਨਹੀਂ ਹੋਣੀ, ਐਸੀ ਦਾਤ ਮਿਲਦੀ ਨਹੀਂ ਹੈ। ਹਰ ਨਹਾ ਨਾ ਮਿਲਿਐ ਸਾਜਣੇ, ਕਤ ਪਾਈਐ ਬਿਸਰਾਮ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਜੋ ਪਤੀ ਹੈ ਨਾ ਸੱਜਣ, ਉਹਦੇ ਮਿਲਣ ਤੋਂ ਬਿਨਾ ਗੁਰਮੁਖੋ ਟਿਕਾ ਨਹੀਂ ਜੇ ਆਉਂਦਾ। ਲਾਟੂ ਮਧਾਨੀਆਂ ਨਗਾਹ ਪੰਖੀ ਭੌਂਦੀਆਂ ਲੈ, ਨਸਾ ਸੂਹੈ ਚਾੜ ਭਵਾਈਐ ਜੰਤ ਨਾਨਕ ਭੌਂਦਿਆਂ ਅੰਤ ਨਾ। ਘੁਮਿਆਰ ਦੇ ਚੱਕ ਨੇ ਕਿੰਨੇ ਗੇੜੇ ਕੱਢੇ ਪਤਾ ਨਹੀਂ, ਪੱਖਾ ਸਿਰ ਤੇ ਚੱਲੇਗਾ ਕਿੰਨੇ ਗੇੜੇ ਕੱਢੇਗਾ ਪਤਾ ਕੋਈ ਨਹੀਂ। ਲਾਟੂ ਘੁੰਮਦੇ ਪਏ, ਡੇਅਰੀਆਂ ਦੇ ਵਿੱਚ ਸੈਂਪਲ ਲੈਣ ਵਾਲੇ ਉਹ ਗੋਲ ਗੋਲ ਚੱਕਰ ਘੁੰਮਦੇ ਪਏ, ਅੰਤ ਕੋਈ ਨਹੀਂ ਹੈ। ਬੰਦਿਆ ਤੇਰੇ ਜਨਮਾਂ ਦਾ ਵੀ ਅੰਤ ਕੋਈ ਨਹੀਂ, ਪਤਾ ਨਹੀਂ ਕਿੰਨੇ ਕੁ ਜਨਮ ਆ ਗਿਆ ਤੇ ਕਿੰਨੇ ਕੁ ਹੋਰ ਆਉਣੇ ਨੇ। ਟਿਕਾ ਉਦੋਂ ਮਿਲਣਾ ਹੈ ਜਦੋਂ ਪ੍ਰਮਾਤਮਾ ਦੀ ਪ੍ਰਾਪਤੀ ਕਰੇਗਾ। ਜਿਤ ਘਰ ਹਰ ਕੰਤ ਨਾ ਪ੍ਰਗਟੇ, ਭੱਠ ਨਗਰ ਸੇ ਗ੍ਰਾਮ। ਸਤਿਗੁਰੂ ਕਹਿਣ ਲੱਗੇ ਜਿਸ ਸਰੀਰ ਰੂਪੀ ਘਰ ਦੇ ਵਿੱਚ ਪਰਮਾਤਮਾ ਪ੍ਰਗਟ ਨਹੀਂ ਨਾ ਹੋਇਆ ਗੁਰਮੁਖੋ, ਉਹ ਸਰੀਰ ਰੂਪੀ ਘਰ ਜਿਹੜਾ ਹੈ ਭੱਠ ਵਰਗਾ ਹੈ। ਨਗਰ ਤੋਂ ਕਹਿ ਲਈਏ ਸਰੀਰ, ਨਗਰ ਕਹਿੰਦੇ ਵੱਡੇ ਨੂੰ ਤੇ ਪਿੰਡ ਕਹਿੰਦੇ ਛੋਟੇ ਨੂੰ। ਵੱਡੇ ਸਰੀਰ ਹੋਣ ਤੇ ਭਾਵੇਂ ਛੋਟੇ ਸਰੀਰ ਹੋਣ, ਜੇ ਪਰਮਾਤਮਾ ਦਾ ਨਾਮ ਨਹੀਂ ਜਪਿਆ, ਪਰਮਾਤਮਾ ਪ੍ਰਗਟ ਨਹੀਂ ਹੋਇਆ, ਉਹ ਵੱਡੇ ਸਰੀਰ ਵੀ ਭੱਠ ਦੀ ਤਰ੍ਹਾਂ ਤਪਦੇ ਨੇ, ਸੜਦੇ ਨੇ। ਜਾਂ ਇਸ ਤਰ੍ਹਾਂ ਕਹਿ ਲਈਏ ਵੱਡੇ ਸਰੀਰਾਂ ਦੇ ਵਾਂਗ ਨੇ ਗੁਰਮੁਖੋ ਦੇਵਤੇ। ਜੇ ਦੇਵਤਿਆਂ ਨੂੰ ਵੀ ਉਹ ਪ੍ਰਗਟ ਨਹੀਂ ਹੋਇਆ, ਉਹਨਾਂ ਦੇ ਸਰੀਰ ਵੀ ਇੱਕ ਦਿਨ ਨੂੰ ਮੁੱਕ ਜਾਣਗੇ। ਤੇ ਛੋਟੇ ਨੇ ਸਾਡੇ ਮਨੁੱਖਾਂ ਦੇ ਸਰੀਰ, ਇਹ ਵੀ ਮੁੱਕ ਜਾਣਗੇ, ਭੱਠ ਦੇ ਵਾਂਗ ਸੜ ਜਾਣਗੇ, ਜੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ ਹੈ। ਸਰਬ ਸਿੰਗਾਰ ਤੁਮੋਲ ਰਸ, ਸਣ ਦੇਹੀ ਸਭ ਖਾਮ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਰਬ ਸਿੰਗਾਰ, ਇਸਤਰੀ ਨੇ ਪਤੀ ਦੇ ਦਰਸ਼ਨ ਨਹੀਂ ਕੀਤੇ ਪਰ ਸ਼ਿੰਗਾਰ ਸਾਰੇ ਕਰ ਲਏ ਨੇ, ਪਾਨਾਂ ਦੇ ਬੀੜੇ ਚੱਬ ਲਏ ਨੇ, ਇਹ ਸਾਰੇ ਕਹਿ ਲਈਏ ਕਿਸੇ ਕੰਮ ਨਹੀਂ ਆਏ। ਸ਼ਿੰਗਾਰ ਤਾਂ ਕੰਮ ਆਇਆ ਜੇ ਪਤੀ ਕੋਲ ਹੈ, ਜੇ ਪਤੀ ਪ੍ਰਦੇਸ਼ ਗਿਆ ਤੇ ਸ਼ਿੰਗਾਰ ਦਾ ਕੀ ਕਰਨਾ ਹੈ। ਇਸੇ ਤਰ੍ਹਾਂ ਬੰਦਿਆ ਜਿੰਨਾ ਚਿਰ ਪਰਮਾਤਮਾ ਪਤੀ ਤੇਰੇ ਕੋਲ ਨਹੀਂ ਹੈ, ਤੇਰੇ ਵੀ ਇਹ ਸ਼ਿੰਗਾਰ ਕਿਸੇ ਕੰਮ ਨਹੀਂ ਆਉਂਦੇ ਹਨ। ਪ੍ਰਭ ਸੁਆਮੀ ਕੰਤ ਵਿਹੋਣੀਆਂ, ਮੀਤ ਸੱਜਣ ਸਭ ਜਾਮ। ਦੁਨੀਆਦਾਰੀ ਦੀ ਗੱਲ ਕਰ ਲਈਏ, ਜਿਸ ਬੀਬੀ ਦਾ ਪਤੀ ਮਰ ਜਾਵੇ ਨਾ, ਉਹਨੂੰ ਆਂਢੀ ਗੁਆਂਢੀ ਰਿਸ਼ਤੇਦਾਰ ਜਿਉਣ ਨਹੀਂ ਦਿੰਦੇ। ਕੋਈ ਇੱਧਰੋਂ ਮਿਹਣਾ ਮਾਰਦਾ, ਕੋਈ ਉੱਧਰੋਂ ਤਾਨਾ ਮਾਰਦਾ, ਕੋਈ ਆਖਦਾ ਤੂੰ ਨਵਾਂ ਵਿਆਹ ਕਰਾ ਲਾ, ਕੋਈ ਆਖਦਾ ਤੂੰ ਛੱਡ ਕੇ ਚਲਾ ਜਾ, ਕੋਈ ਆਖਦਾ ਇਹਨੇ ਕੀ ਖਾਧਾ, ਕੋਈ ਆਖਦਾ ਇਹਨੇ ਕੀ ਪਾਇਆ। ਪਤੀ ਦੇ ਮਰ ਜਾਣ ਤੋਂ ਮਗਰੋਂ ਔਰਤ ਦੀ ਜ਼ਿੰਦਗੀ ਬੇਕਾਰ ਹੋ ਗਈ ਹੈ। ਉਹਦੇ ਦੋਸਤ, ਉਹਦੇ ਮਿੱਤਰ, ਉਹਦੇ ਰਿਸ਼ਤੇਦਾਰ, ਉਹਦੇ ਭੈਣ ਭਰਾ, ਉਹਦੇ ਆਂਢੀ ਗੁਆਂਢੀ ਉਹਦੇ ਵਾਸਤੇ ਜੰਮ ਬਣ ਗਏ। ਹਰ ਵੇਲੇ ਕੋਈ ਨਾ ਕੋਈ ਸੂਲ ਚੁੱਭਦੇ ਨੇ, ਹਰ ਵੇਲੇ ਕੋਈ ਤਾਨਾ ਦਿੰਦੇ ਨੇ। ਇਹ ਅੱਜ ਕਿੱਧਰ ਨੂੰ ਗਈ ਹੈ, ਕਿੱਧਰੋਂ ਆਈ ਹੈ, ਕੀ ਪਾਇਆ ਸੀ, ਕੀ ਖਾਇਆ ਸੀ, ਹੱਸੀ ਕਿਉਂ ਹੈ, ਬੋਲੀ ਕਿਉਂ ਹੈ। ਜਿਵੇਂ ਇੱਕ ਔਰਤ ਨੂੰ ਦੋਸਤ ਮਿੱਤਰ ਰਿਸ਼ਤੇਦਾਰ ਜੰਮ ਬਣ ਜਾਂਦੇ ਨੇ ਪਤੀ ਮਰ ਜਾਣ ਦੇ ਕਰਕੇ, ਇਸੇ ਤਰ੍ਹਾਂ ਗੁਰਮੁਖਾ ਜੇ ਤੂੰ ਆਪਣੇ ਪਤੀ ਪਰਮਾਤਮਾ ਨੂੰ ਛੱਡ ਦਿੱਤਾ ਤੇ ਹਾਲਤ ਤੇਰੀ ਵੀ ਸੇਮ ਇਸੇ ਤਰ੍ਹਾਂ ਹੀ ਹੋਣੀ ਹੈ। ਤੈਨੂੰ ਵੀ ਸੰਸਾਰ ਦੇ ਲੋਕ ਦੁੱਖ ਦੇਣਗੇ, ਬੋਲੀ ਮਾਰਨਗੇ, ਤਾਨਾ ਦੇਣਗੇ, ਤੇ ਜਦੋਂ ਮਰ ਕੇ ਜਮਾਂ ਦੇ ਕੋਲ ਜਾਵੇਂਗਾ ਨਾ ਤੇ ਫਿਰ ਜੰਮ ਵੀ ਇਸੇ ਤਰ੍ਹਾਂ ਹੀ ਸੂਈਆਂ ਚੁਭਾਉਣਗੇ। ਕਦੇ ਕੋਈ ਸਜ਼ਾ ਮਿਲਦੀ ਹੈ, ਕਦੇ ਕੋਈ ਸਜ਼ਾ ਮਿਲਦੀ ਹੈ। ਐਸੀਆਂ ਉਸ ਵੇਲੇ ਸਜ਼ਾਵਾਂ ਮਿਲਦੀਆਂ ਹਨ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜਾ ਨਾਮ। ਸਤਿਗੁਰੂ ਕਹਿਣ ਲੱਗੇ ਬੇਨਤੀ ਕਰ, ਮੇਰੀ ਬੇਨਤੀ ਹੈ ਵੀ ਮੈਨੂੰ ਨਾਮ ਦੇ ਦਿਓ। ਝੋਲੀ ਅੱਡ ਕੇ ਨਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇਹ ਕਹਿ ਮਿਲ ਮੇਰੇ ਗੋਬਿੰਦ ਆਪਣਾ ਨਾਮ ਦਿਓ। ਸਾਰੇ ਜਾਣੇ ਮਿਲ ਕੇ ਆਖੋ ਮਿਲ ਮੇਰੇ ਗੋਬਿੰਦ ਆਪਣਾ ਨਾਮ ਦਿਓ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਗਿਆ, ਐ ਮੇਰੇ ਗੋਬਿੰਦ ਮੈਨੂੰ ਮਿਲ, ਮੈਨੂੰ ਆਪਣੇ ਨਾਮ ਦੀ ਦਾਤ ਦੇਣਾ ਕਰ। ਹਰ ਮਿਲ ਹੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਚਲ ਧਾਮ। ਬੇਨਤੀ ਕਰ ਐ ਸੁਆਮੀ, ਐ ਮਾਲਕ, ਮੈਨੂੰ ਮਿਲ ਜਾਓ। ਹਰ ਮੇਲੋ ਸੁਆਮੀ ਸੰਗ ਪ੍ਰਭ,
ਆਪਣੇ ਸੰਗ ਦੇ ਵਿੱਚ ਮੈਨੂੰ ਵੀ ਮਿਲਾ ਲਓ। ਅਸੀਂ ਇਕੱਲੇ ਨਾਮ ਜਪਦੇ ਨਾ, ਇਕੱਲੇ ਨਾਮ ਜਪਦੇ ਹਾਂ, ਕਈ ਵਾਰੀ ਮਨ ਸਾਡਾ ਭੜਕ ਜਾਂਦਾ, ਟਿਕਦਾ ਨਹੀਂ। ਪਰ ਜੇ ਸੰਗ ਦੇ ਵਿੱਚ ਮਿਲ ਜਾਈਏ ਨਾ, ਸਾਥ ਵਿੱਚ, ਤੇ ਸਾਥ ਦੇ ਨਾਲ ਸਾਰੇ ਜਾਣੇ ਮਿਲ ਕੇ ਜਪੀਏ ਤੇ ਫਿਰ ਜਪਿਆ ਜਾਂਦਾ, ਫਿਰ ਆਨੰਦ ਵੀ ਆਉਂਦਾ। ਮਹਾਰਾਜ ਮੈਨੂੰ ਆਪਣੇ ਉਸ ਸੰਗ ਦੇ ਨਾਲ ਮਿਲਾ ਲਓ, ਜਿਸ ਸੰਗ ਦੇ ਨਾਲ ਨਾਮ ਜਪ ਕੇ ਮੇਰਾ ਭਲਾ ਹੋ ਜਾਵੇ। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ, ਜਿਸ ਪ੍ਰਮਾਤਮਾ ਦਾ ਘਰ ਸਦਾ ਰਹਿਣ ਵਾਲਾ ਹੈ, ਮੈਨੂੰ ਉਸ ਘਰ ਦੇ ਵਿੱਚ ਮਿਲਾ ਲਓ। ਮੈਨੂੰ ਨਾਮ ਜਪਣ ਦੀਆਂ ਦਾਤਾਂ ਬਖਸ਼ਿਸ਼ ਕਰੋ। ਚੇਤ ਗੋਵਿੰਦ ਆਰਾਧਿਆ ਹੋਵੇ ਆਨੰਦ ਘਣਾ। ਇਹ ਮੰਗਲਾਚਰਨ ਦੀ ਪੌੜੀ ਹੈ, ਜਾਂ ਆਪਾਂ ਕਹਿ ਲਈਏ ਵੀ ਇਹ ਪਹਿਲੀ ਪੌੜੀ ਵਿੱਚ ਬੇਨਤੀ ਕਰਨ ਦੀ ਜਾਚ ਦੱਸੀ ਹੈ। ਬੱਚੇ ਨੂੰ ਪੜ੍ਹਨਾ ਨਾ ਆਵੇ ਤੇ ਟੀਚਰ ਉਹਦਾ ਹੱਥ ਫੜ ਲੈਂਦਾ ਵੀ ਲੈ ਪੁੱਤਰਾ ਪਾ ABCD ਲਿਖ, ਊੜਾ ਐੜਾ ਈੜੀ ਸੱਸਾ ਲਿਖ, ਤੇ ਬੱਚਾ ਹੌਲੀ ਹੌਲੀ ਲਿਖਦਾ ਲਿਖਦਾ ਫਿਰ ਵਧੀਆ ਲਿਖਣ ਲੱਗ ਪੈਂਦਾ। ਇਸੇ ਤਰ੍ਹਾਂ ਗੁਰੂ ਸਾਡਾ ਵੀ ਟੀਚਰ ਹੀ ਹੈ, ਮੁੱਖ ਅਧਿਆਪਕ ਹੀ ਹੈ। ਸਾਨੂੰ ਬੇਨਤੀ ਵੀ ਨਹੀਂ ਕਰਨੀ ਆਉਂਦੀ, ਬੇਨਤੀ ਕੀ ਕਰਨੀ ਹੈ, ਗੁਰੂ ਨੇ ਦੱਸਿਆ ਵੀ ਇੱਦਾਂ ਬੇਨਤੀ ਕਰ। ਹੁਣ ਗੁਰਮੁਖੋ ਅੱਜ ਸਾਨੂੰ ਚੇਤਰ ਦਾ ਮਹੀਨਾ ਮਿਲਿਆ, ਇਹ ਮਹੀਨੇ ਦਾ ਉਪਦੇਸ਼ ਬਖਸ਼ਿਸ਼ ਕਰਦੇ। ਚੇਤ ਗੋਬਿੰਦ ਆਰਾਧੀ ਹੈ, ਚੇਤਰ ਦੇ ਮਹੀਨੇ ਵਿੱਚ ਪਰਮਾਤਮਾ ਨੂੰ ਯਾਦ ਕਰ, ਉਹਦਾ ਆਰਾਧਨ ਕਰਿਆ ਕਰ। ਤੇ ਮਹਾਰਾਜ ਫਿਰ ਕੀ ਹੋਵੇਗਾ? ਹੋਵੇ ਆਨੰਦ ਘਣਾ। ਘਣਾ ਤੋਂ ਭਾਵ ਹੁੰਦਾ ਬਹੁਤਾ, ਬਹੁਤਾ ਆਨੰਦ ਤੈਨੂੰ ਮਿਲੇਗਾ। ਘਰੇ ਬੈਠਿਆਂ, ਸਫ਼ਰ 'ਤੇ ਜਾਂਦਿਆਂ, ਕੰਮ ਕਾਰ ਕਰਦਿਆਂ ਜੇ ਪਰਮਾਤਮਾ ਦਾ ਨਾਮ ਜਪੇਗਾ ਤੇ ਆਨੰਦ ਕਿੰਨਾ ਕੁ ਮਿਲੇਗਾ, ਉਹਦੀ ਕੋਈ ਸੀਮਾ ਨਹੀਂ ਰਵੇਗੀ। ਕੰਮ ਕਰਦਿਆਂ ਵੀ ਮਨ ਲੱਗੇਗਾ, ਮਨ ਜੁੜੇਗਾ, ਸਵਾਦ ਆਵੇਗਾ, ਰਸ ਆਵੇਗਾ। ਚੇਤ ਦੇ ਮਹੀਨੇ ਵਿੱਚ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਜਿਹੜੇ ਸੰਤ ਨੇ, ਸਾਧੂ ਨੇ, ਨਾਮ ਜਪਣ ਵਾਲੇ ਨੇ, ਉਹਨਾਂ ਦੇ ਨਾਲ ਮਿਲ ਕੇ ਜਪਿਆ ਕਰ। ਤਨ ਚੇਤਨ ਚੇਤਨ ਹੇਤ ਦਿਓ। ਕਿਸੇ ਵਿਦਵਾਨ ਨੇ ਲਿਖਿਆ ਤੇਰਾ ਸਰੀਰ ਚੇਤਨ ਹੈ। ਚੇਤਨ ਤੋਂ ਭਾਵ ਵੀ ਹਰਕਤ ਕਰਦਾ। ਸਾਡਾ ਸਰੀਰ ਹਰ ਵੇਲੇ ਹਰਕਤ ਕਰਦਾ, ਸੁੱਤਿਆਂ ਹੋਇਆਂ ਵੀ ਸਰੀਰ ਦੇ ਪੁਰਜੇ ਚੱਲਦੇ ਪਏ ਨੇ, ਦਿਲ ਦੀ ਧੜਕਣ ਚੱਲਦੀ ਹੈ, ਖੂਨ ਦੀ ਸਰਕਲ ਚੱਲਦੀ ਪਈ ਹੈ। ਸਾਡਾ ਸਰੀਰ ਹਰ ਵੇਲੇ ਚੇਤਨ ਹੈ ਜਿੰਨਾ ਚਿਰ ਮੌਤ ਨਹੀਂ ਆਉਂਦੀ। ਤਨ ਚੇਤਨ, ਤੇਰਾ ਸਰੀਰ ਚੇਤਨ ਹੈ, ਹਰਕਤ ਵਿੱਚ ਹੈ, ਪਰ ਕਾਹਦੇ ਵਾਸਤੇ ਹੈ? ਚੇਤਨ ਹੇਤ ਦਿਓ, ਤੈਨੂੰ ਦਿੱਤਾ ਰੱਬ ਨੂੰ ਚੇਤੇ ਕਰਨ ਵਾਸਤੇ ਹੈ। ਨਹਿ ਭੋਗਣ ਜਗਦੀਸ਼ ਦਿਓ। ਪਰਮਾਤਮਾ ਨੇ ਸਰੀਰ ਦੇ ਨਾਲ ਭੋਗ ਕਰਨ ਨੂੰ ਨਹੀਂ ਆਖਿਆ ਵੀ ਤੂੰ ਜਾ ਕੇ ਭੋਗ ਕਰੀ ਚੱਲ, ਗੰਦ ਮੰਦ ਖਾਈ ਚੱਲ, ਵਕਾਰ ਭੋਗੀ ਚੱਲ। ਭੋਗਣ ਵਾਸਤੇ ਨਹੀਂ ਮਿਲਿਆ ਹੈ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਜਿਹੜੇ ਸੰਤਾਂ ਨਾਲ ਮਿਲ ਜਾਂਦੇ, ਆਪਣੀ ਜ਼ੁਬਾਨ ਦੇ ਨਾਲ ਨਾਮ ਜਪਦੇ। ਸੰਤ ਸ਼ਬਦ ਤੋਂ ਬਹੁਤੇ ਲੋਕਾਂ ਨੂੰ ਬੜੀ ਐਲਰਜੀ ਹੈ, ਈਰਖਾ ਅੰਦਰ ਭਰੀ ਪਈ ਹੈ, ਫੁੱਟ ਫੁੱਟ ਕੇ ਬਾਹਰ ਆਉਂਦੀ ਹੈ। ਸੰਤ ਕਿਸੇ ਲਿਬਾਸ ਦਾ ਨਾਮ ਨਹੀਂ ਹੈ ਵੀ ਮੈਂ ਚੋਲਾ ਪਾ ਲਿਆ ਤੇ ਮੈਂ ਸੰਤ ਬਣ ਜਾਵਾਂਗਾ। ਸੰਤ ਨਾਮ ਹੈ ਸ਼ਾਂਤ ਚਿੱਤ ਦਾ, ਜਿਹਦਾ ਚਿੱਤ ਸ਼ਾਂਤ ਹੋ ਗਿਆ। ਭਾਵੇਂ ਉਹ ਪੈਂਟ ਪਾਈ ਬੈਠਾ, ਕੋਟ ਪਾਈ ਬੈਠਾ, ਭਾਵੇਂ ਉਹ ਚੋਲਾ ਪਾ ਲਿਆ, ਭਾਵੇਂ ਉਹਨੇ ਕਿਸੇ ਵੀ ਤਰ੍ਹਾਂ ਦਾ ਰੰਗ ਪਾ ਲਿਆ, ਰੰਗ ਦੀ ਇੱਥੇ ਕੋਈ ਗੱਲਬਾਤ ਨਹੀਂ ਹੈ, ਕੱਪੜੇ ਦੀ ਗੱਲ ਨਹੀਂ। ਸੰਤ ਉਹਨੂੰ ਕਿਹਾ ਜਿਹਦਾ ਚਿੱਤ ਸ਼ਾਂਤ ਹੈ, ਉਹ ਕੋਈ ਵੀ ਹੋ ਸਕਦਾ ਹੈ। ਐਸੇ ਸ਼ਾਂਤ ਚਿੱਤ ਵਾਲੇ ਦੇ ਨਾਲ ਬੈਠ ਕੇ ਨਾਮ ਜਪੇਗਾ ਤੇ ਮਹਾਰਾਜ ਕਹਿਣ ਲੱਗੇ ਰਸਨਾ ਨਾਮ ਭਣਾ। ਉਹ ਆਪ ਵੀ ਨਾਮ ਜਪੇਗਾ, ਤੂੰ ਵੀ ਉਹਦੇ ਨਾਲ ਮਿਲ ਕੇ ਨਾਮ ਜਪਣਾ ਕਰ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ। ਜਿਨ੍ਹਾਂ ਨੇ ਪ੍ਰਭੂ ਨੂੰ, ਪਰਮਾਤਮਾ ਨੂੰ ਪਾਇਆ ਹੈ, ਗੁਰਮੁਖੋ, ਉਹ ਆਇਆ ਦੁਨੀਆ ਵਿੱਚ ਗਿਣਿਆ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ ਨਾ ਵੀ ਭਗਤ ਕਬੀਰ ਨੂੰ ਕੋਈ ਜਾਣਦਾ? ਸਾਰਿਆਂ ਨੇ ਹੱਥ ਖੜਾ ਕੀਤਾ, ਮਹਾਰਾਜ ਮੈਂ ਜਾਣਦਾ। ਉਹ ਭਗਤ ਹੋਏ, ਉਹਨਾਂ ਦੀ ਬਾਣੀ ਲਿਖੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਉਹ ਕਾਸ਼ੀ ਦੇ ਵਿੱਚ ਜੰਮੇ ਸਨ, ਉਹਨਾਂ ਦੇ ਇੰਨੇ ਸ਼ਬਦ ਨੇ ਗੁਰਬਾਣੀ ਦੇ। ਮਹਾਰਾਜ ਕਹਿਣ ਲੱਗੇ ਵਾਹ ਵਾਹ, ਬੜੀ ਚੰਗੀ ਗੱਲ ਹੈ, ਬੜੀ ਜਾਣਕਾਰੀ ਹੈ। ਸਤਿਗੁਰਾਂ ਨੇ ਦੂਜਾ ਸਵਾਲ ਕੀਤਾ, ਕਹਿਣ ਲੱਗੇ ਜਦੋਂ ਕਬੀਰ ਸਾਹਿਬ ਜੀ ਹੋਏ ਉਦੋਂ ਰਾਜਾ ਕੌਣ ਸੀ ਦੇਸ਼ ਦਾ? ਸਾਰਿਆਂ ਨੇ ਨੀਵੀਆਂ ਪਾ ਲਈਆਂ, ਮਹਾਰਾਜ ਸਾਨੂੰ ਨਹੀਂ ਪਤਾ ਵੀ ਕੌਣ ਸੀ। ਕਿਉਂਕਿ ਜਿਹੜਾ ਨਾਮ ਜਪਣ ਵਾਲਾ ਉਹ ਦੁਨੀਆ ਵਿੱਚ ਗਿਣਤੀ ਵਿੱਚ ਆਇਆ ਹੈ, ਉਹਦੀ ਗਿਣਤੀ ਹੈ, ਉਹਦਾ ਪਤਾ ਹੈ ਦੁਨੀਆ ਨੂੰ। ਰਾਜ ਕਮਾਉਣ ਵਾਲੇ ਦੀ ਕੋਈ ਗਿਣਤੀ ਨਹੀਂ ਹੈ। ਇੱਕ ਦੋ ਪੀੜ੍ਹੀਆਂ ਬਾਅਦ ਭੁੱਲ ਜਾਣਾ ਵੀ ਉਹ ਕੌਣ ਹੁੰਦਾ ਸੀ। ਅੰਗਰੇਜ਼ਾਂ ਦੇ ਰਾਜ ਦੇ ਵਿੱਚ ਕਿਹੜੇ ਕਿਹੜੇ ਅਫਸਰ ਸਨ ਆਪਾਂ ਨੂੰ ਪਤਾ ਥੋੜ੍ਹੀ ਹੈ। ਜਿਹੜੇ ਅੱਜ ਬਣੇ ਹੋਏ ਨੇ, ਹੋਰ 50 ਸਾਲਾਂ ਨੂੰ ਇਹਨਾਂ ਦਾ ਵੀ ਨਹੀਂ ਪਤਾ ਹੋਣਾ ਵੀ ਇਹ ਕੌਣ ਨੇ।
ਕਿਉਂਕਿ ਨਾਮ ਜਪਣ ਵਾਲੇ ਗਿਣਤੀ ਵਿੱਚ ਨੇ, ਸਫਲੇ ਨੇ। ਉਹਨਾਂ ਤੋਂ ਬਿਨਾਂ ਤੇ ਦੁਨੀਆ ਐਵੇਂ ਤੁਰੀ ਆਉਂਦੀ ਹੈ, ਜਨਮ ਲੈ ਕੇ ਤੇ ਮਰ ਕੇ ਤੁਰੀ ਜਾਂਦੀ ਹੈ, ਕਿਸੇ ਗਿਣਤੀ ਵਿੱਚ ਹੀ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਨ ਪਾਇਆ ਪ੍ਰਭ ਆਪਣਾ, ਜਿਨ੍ਹਾਂ ਨੇ ਪਰਮਾਤਮਾ ਨੂੰ ਪਾਇਆ ਹੈ, ਗੁਰਮੁਖੋ ਆਏ ਤਿਸੈ ਗਨਾ, ਉਹ ਗਿਣਤੀ ਵਿੱਚ ਆ ਗਏ। ਦੁਨੀਆ ਗਿਣੇਗੀ, ਯਾਦ ਕਰੇਗੀ ਵੀ ਕੋਈ ਆਇਆ ਸੀ। ਉਹਦੇ ਤੋਂ ਬਿਨਾਂ ਥੱਲੇ ਵਾਲਿਆਂ ਨੂੰ ਕੋਈ ਨਹੀਂ ਜਾਣਦਾ। ਭਗਤ ਧਰੂ ਵਰਗੇ, ਭਗਤ ਪ੍ਰਹਿਲਾਦ ਵਰਗੇ ਸਤਜੁਗ ਵਿੱਚ ਹੋਏ। ਅਸੀਂ ਤੇ ਨਾ ਹੀ ਸੁਣਿਆ, ਸਾਨੂੰ ਨਹੀਂ ਪਤਾ ਵੀ ਸਤਜੁਗ ਕੌਣ ਸੀ, ਕਿਵੇਂ ਦਾ ਸੀ। ਪਰ ਉਹਨਾਂ ਭਗਤਾਂ ਦੇ ਨਾਮ ਦਾ ਡੰਕਾ ਅੱਜ ਵੀ ਵੱਜਦਾ ਪਿਆ, ਕਿਉਂਕਿ ਉਹ ਗਿਣਤੀ ਵਿੱਚ ਆ ਗਏ, ਉਹ ਸਫਲੇ ਹੋ ਗਏ ਹਨ। ਇਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਇੱਕ ਖਿਣ ਪਰਮਾਤਮਾ ਬਿਨਾਂ ਜਿਉਣਾ, ਗੁਰਮੁਖ ਸਮਝਦੇ ਵੀ ਸਾਡਾ ਜਨਮ ਵਿਅਰਥ ਚਲੇ ਗਿਆ। ਤੇ ਗੁਰਮੁਖੋ ਸਾਨੂੰ ਕਿਤੇ ਇੱਕ ਖਿਣ ਜਪਣਾ ਪਵੇ ਤੇ ਬੜਾ ਔਖਾ ਲੱਗਦਾ। ਨੀਂਦ ਆਉਂਦੀ ਹੈ, ਲੱਕ ਪੀੜ, ਗੋਡਾ ਪੀੜ, ਮੋਢਾ ਪੀੜ। ਤੇ ਕਈ ਵਾਰ ਸਾਨੂੰ ਨਾਮ ਜਪਣ ਲੱਗਦੇ ਆ ਤੇ ਦਵਾਈ ਦਾ ਚੇਤਾ ਆ ਜਾਂਦਾ, ਦਵਾਈ ਪਹਿਲਾਂ ਖਾ ਲਓ, ਮੁੜ ਕੇ ਚੇਤਾ ਹੀ ਭੁੱਲ ਜਾਂਦਾ। ਅਸੀਂ ਇੱਕ ਖਿਣ ਜਪਣਾ ਸਾਨੂੰ ਉਹ ਔਖਾ ਲੱਗਦਾ ਹੈ। ਪਰਮਾਤਮਾ ਦੇ ਪਿਆਰੇ ਇੱਕ ਖਿਣ ਵੀ ਉਹਦੇ ਨਾਮ ਨੂੰ ਭੁੱਲਦੇ ਨਹੀਂ ਹਨ। ਜਲ ਥਲ ਮਈਲ ਪੂਰਿਆ, ਰਵਿਆ ਵਿੱਚ ਵਣਾ। ਉਹ ਪਰਮਾਤਮਾ ਜਲ ਦੇ ਵਿੱਚ ਵੀ ਬੈਠਾ ਹੈ, ਪਾਣੀ ਦੇ ਵਿੱਚ ਵੀ ਬੈਠਾ ਹੈ। ਗੁਰਮੁਖੋ ਥਲ ਕਹੀਏ, ਮਾਰੂ ਥਲ, ਰੇਤਾ ਰੇਗਿਸਤਾਨ ਵਿੱਚ ਵੀ ਬੈਠਾ ਹੋਇਆ। ਜਲ ਥਲ ਤੇ ਮਹੀ ਨਾਮ ਧਰਤੀ ਦਾ, ਧਰਤੀ ਦੇ ਕਣ ਕਣ ਵਿੱਚ ਸਮਾਇਆ। ਤੇ ਅਲ ਨਾਮ ਆਕਾਸ਼ ਦਾ ਹੈ, ਆਕਾਸ਼ ਦੇ ਵਿੱਚ ਵੀ ਸਮਾਇਆ। ਜਿਮੀ ਜਿਮਾਨ ਕੈ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। 10ਵੇਂ ਪਾਤਸ਼ਾਹ ਨੇ ਲਿਖਿਆ ਬਚਨ, ਕਹਿਣ ਲੱਗੇ ਧਰਤੀ ਆਕਾਸ਼ ਦੇ ਵਿੱਚ ਉਹਦੀ ਜੋਤ ਹੈ, ਇੱਕੋ ਵਰਗੀ ਜਗਦੀ ਹੈ, ਨਾ ਘਟਦੀ ਹੈ ਨਾ ਵੱਧਦੀ ਹੈ। ਜਲ ਥਲ ਮਹੀਲ ਪੂਰਿਆ, ਜਲਾਂ ਵਿੱਚ, ਥਲਾਂ ਵਿੱਚ, ਮਾਰੂ ਥਲਾਂ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ ਉਹ ਪਰਿਪੂਰਨ ਹੈ। ਰਵਿਆ ਵਿੱਚ ਵਣਾ, ਜਿੰਨੇ ਵੀ ਜੰਗਲ ਨੇ, ਜਿੰਨੇ ਵੀ ਪਹਾੜ ਨੇ, ਸਾਰਿਆਂ ਵਿੱਚ ਉਹ ਪਰਮਾਤਮਾ ਸਮਾਇਆ ਹੋਇਆ ਹੈ। ਸੋ ਪ੍ਰਭ ਚਿਤ ਨ ਆਵਈ, ਕਿਤੜਾ ਦੁੱਖ ਗਣਾ। ਜਿਨ੍ਹਾਂ ਨੂੰ ਉਹ ਪਰਮਾਤਮਾ ਚੇਤੇ ਨਹੀਂ ਆਉਂਦਾ, ਕਿੰਨਾ ਕੁ ਦੁੱਖ, ਕਿੰਨਾ ਕੁ ਦੁੱਖ, ਕਿੰਨਾ ਕੁ ਦੁੱਖ ਜਮਾਂ ਵੱਲੋਂ ਮਿਲੇਗਾ, ਕੋਈ ਗਿਣ ਨਹੀਂ ਸਕਦਾ, ਕੋਈ ਦੱਸ ਨਹੀਂ ਸਕਦਾ। ਥੋੜ੍ਹਾ ਜਿਹਾ ਕਿਤੇ ਗ੍ਰੰਥ ਵਿੱਚ ਨਾਮ ਆ ਜਾਵੇ ਨਾ ਨਰਕਾਂ ਦਾ, ਮਾਰਦਾ, ਤੇ ਅਸੀਂ ਆਖਦੇ ਛੱਡ ਦਿਓ ਇਹਨੂੰ, ਨਾ ਪੜੋ, ਅੱਗੇ ਨਿਕਲ ਚੱਲੋ। ਜਾਂ ਅਸੀਂ ਆਖਦੇ ਤੇ ਗਾਪੀ ਲਿਖਿਆ ਹੋਇਆ। ਮਹਾਰਾਜ ਕਹਿਣ ਲੱਗੇ ਕਿੰਨੇ ਦੁੱਖ ਤੈਨੂੰ ਜੰਮ ਦੇਵੇਗਾ, ਗਿਣ ਨਹੀਂ ਹੋ ਸਕਦਾ ਬੰਦਿਆ ਕੋਈ ਵੀ, ਉੱਥੇ ਗਿਣਤੀ ਨਹੀਂ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੋ ਪ੍ਰਭ ਚਿਤ ਨ ਆਵਈ, ਕਿਤੜਾ ਦੁੱਖ ਗਣਾ। ਨਾਨਕ ਹਰ ਬਿਸਰਾਏ ਕਹਿ, ਪਾਉਂਦੇ ਨਰਕ ਅੰਧਿਆਰ। ਪਰਮਾਤਮਾ ਨੂੰ ਭੁੱਲ ਕੇ ਤੇ ਨਰਕਾਂ ਦੇ ਵਿੱਚ ਪੈਣਾ ਪੈਂਦਾ ਹੈ। ਜਿਨੀ ਰਾਵਿਆ ਸੋ ਪ੍ਰਭ, ਤਿੰਨਾ ਭਾਗ ਮਣਾ। ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਰਾਵਿਆ ਕਹੀਏ, ਮਾਨਿਆ, ਉਹਨਾਂ ਦੇ ਮਨਾ ਮੂੰਹ ਭਾਗ ਹਨ। ਮਨਾ ਮੂੰਹ ਭਾਗਾਂ ਵਾਲੇ, ਸ਼੍ਰੋਮਣੀ ਭਾਗਾਂ ਵਾਲੇ ਉਹ ਗੁਰਮੁਖ ਬਣ ਗਏ। ਉਹਨਾਂ ਦੇ ਭਾਗ ਸ਼੍ਰੋਮਣੀ, ਜਿਨ੍ਹਾਂ ਨੇ ਉਸ ਨੂੰ ਮਾਣਿਆ ਹੈ। ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਐ ਪਰਮਾਤਮਾ, ਤੇਰੇ ਦਰਸ਼ਨਾਂ ਨੂੰ ਸਾਡਾ ਮਨ ਚਾਹੁੰਦਾ ਹੈ, ਕਿਉਂਕਿ ਮੇਰੇ ਮਨ ਦੇ ਵਿੱਚ ਤੇਰੇ ਦਰਸ਼ਨਾਂ ਦੀ ਮਨਾ ਮੂੰਹ ਪਿਆਸ ਲੱਗੀ ਹੈ। ਪਿਆਸ ਜੇ ਥੋੜ੍ਹੀ ਜਿਹੀ ਲੱਗੀ ਹੋਵੇ ਤੇ ਅਸੀਂ ਨਲਕੇ ਨੂੰ ਭਜਦੇ ਹਾਂ, ਟੂਟੀ ਵੱਲ ਨੂੰ। ਪਰ ਜੇ ਬਹੁਤੀ ਪਿਆਸ ਲੱਗੀ ਹੋਵੇ ਤੇ ਸਭ ਕੁਝ ਛੱਡ ਕੇ ਪਰੇ ਮਾਰੀਦਾ ਤੇ ਪਹਿਲਾਂ ਪਾਣੀ ਵੱਲ ਭੱਜੀਦਾ ਹੈ। ਮਹਾਰਾਜ ਕਹਿਣ ਲੱਗੇ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਨਕ ਹਰ ਨਾਮ ਰੰਗ ਆਪਰਨੀ। ਜਿਨ੍ਹਾਂ ਨੇ ਨਾਮ ਦੇ ਰੰਗ ਨੂੰ ਚਖਿਆ, ਜਿਨ੍ਹਾਂ ਨੂੰ ਪਿਆਸ ਲੱਗੀ, ਉਹ ਐਸੇ ਗੁਰਮੁਖ ਹਨ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲਗਾ। ਸਤਿਗੁਰੂ ਜੀ ਕਹਿਣ ਲੱਗੇ ਗੁਰਮੁਖੋ, ਚੇਤਰ ਦਾ ਮਹੀਨਾ ਪ੍ਰਾਪਤ ਹੋਇਆ ਜੇ ਅੱਜ, ਨਵਾਂ ਸਾਲ ਖਾਲਸੇ ਦਾ। ਇਹ ਸਾਡੀ ਤਰਾਸ਼ਦੀ ਹੈ ਵੀ ਸਾਡੀ ਆਉਣ ਵਾਲੀ ਪੀੜ੍ਹੀ ਨੂੰ, ਨੌਜਵਾਨ ਪੀੜ੍ਹੀ ਨੂੰ ਪਤਾ ਹੀ ਨਹੀਂ ਵੀ ਇਹ ਸਾਡਾ ਨਵਾਂ ਸਾਲ ਹੈ। ਜਨਵਰੀ ਦੀ 1 ਤਰੀਕ ਹੋਣੀ ਹੁੰਦੀ ਹੈ ਤੇ 31 ਦਸੰਬਰ ਨੂੰ ਤਿਆਰੀਆਂ ਸ਼ੁਰੂ ਹੋ ਜਾਂਦੀਆਂ, ਫੁੱਲ ਲੱਗ ਜਾਂਦੇ, ਉਹ ਸੈਂਟਾ ਕਰੋਸ ਜਿਹਾ ਬਣ ਜਾਂਦਾ ਟੋਪੀ ਜੀ ਪਾ ਕੇ, ਮੀਟ ਸ਼ਰਾਬਾਂ ਚੱਲ ਪੈਂਦੀਆਂ, ਬੜਾ ਰੌਲਾ ਰੱਪਾ ਪੈਂਦਾ। ਕੱਲ੍ਹ ਨੂੰ ਨਵਾਂ ਸਾਲ, ਬੜੇ ਮੈਸੇਜ ਆਉਂਦੇ ਸ਼ੁਭ ਕਾਮਨਾਵਾਂ ਦੇ। ਪਰ ਉਹ ਤੇ ਅਸੀਂ ਕਿਸੇ ਦੀ ਵਧਾਈ ਮੰਗਦੇ ਪਏ ਹਾਂ, ਕਿਸੇ ਨੂੰ ਵਧਾਈ ਦਿੰਦੇ ਪਏ, ਕਿਸੇ ਦਾ ਤਿਉਹਾਰ ਮਨਾਉਂਦੇ ਪਏ ਹਾਂ। ਅੱਜ ਸਾਡਾ ਨਵਾਂ ਸਾਲ ਚੜ੍ਹਿਆ, ਸਾਨੂੰ ਪਤਾ ਹੀ ਨਹੀਂ ਵੀ ਸਾਡਾ ਵੀ ਅੱਜ ਕੋਈ ਸਾਲ ਹੈ, ਅਸੀਂ ਵੀ ਕੋਈ ਦੁਨੀਆ 'ਤੇ ਆਏ।
ਸਤਿ ਸ੍ਰੀ ਅਕਾਲ। ਗੁਰਮੁਖੋ, ਇਹ ਸਾਡਾ ਅੱਜ ਨਵਾਂ ਸਾਲ ਚੜ੍ਹਿਆ। ਸਾਡੀ ਅੱਜ 1 ਜਨਵਰੀ ਸਮਝ ਲਓ ਤੁਸੀਂ ਵੀ, ਅੱਜ ਜਨਵਰੀ ਸਾਡੀ 1 ਹੋਈ ਹੈ। ਇਹ ਚੇਤਰ ਦੇ ਮਹੀਨੇ ਤੋਂ 554ਵਾਂ ਸਾਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸਾਨੂੰ ਅੱਜ ਪ੍ਰਾਪਤ ਹੋਇਆ। ਚੇਤ ਮਿਲਾਏ ਸੋ ਪ੍ਰਭੂ ਤਿਸਕੈ ਪਾਏ ਲੱਗਾ। ਚੇਤਰ ਦੇ ਮਹੀਨੇ ਵਿੱਚ ਜਿਹੜਾ ਪ੍ਰਮਾਤਮਾ ਨੂੰ ਚੇਤੇ ਕਰਦਾ, ਜਿਹਦੇ ਉਹਦੇ ਚਰਨਾਂ ਨਾਲ ਲੱਗੇ ਨੇ, ਜੁੜੇ ਨੇ, ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ, ਉਹ ਸਫਲ ਹੁੰਦੇ। ਸਤਿਗੁਰੂ ਰਹਿਮਤ ਕਰਨ। ਇਹ ਉਪਦੇਸ਼, ਇਹ ਬਚਨ ਗੁਰਮੁਖੋ ਗੁਰੂ ਦੇ ਨੇ। ਅਸੀਂ ਤੇ ਕੇਵਲ ਪੜ੍ਹ ਕੇ ਸੁਣਾਉਣ ਵਾਲੇ ਹਾਂ, ਗ੍ਰੰਥ ਪੜ੍ਹ ਲਿਆ, ਸੁਣਾ ਲਿਆ, ਪਰ ਬਚਨ ਨੇ ਗੁਰੂ ਦੇ। ਇਹ ਸਾਡੇ ਹਿਰਦੇ ਵਸ ਜਾਣ, ਸਾਡਾ ਜਨਮ ਸਫਲਾ ਹੋਵੇ। ਭੁੱਲਾਂ ਚੁੱਕਾਂ ਕਥਾ ਵਿਚਾਰ ਕਰਦਿਆਂ ਬੇਅੰਤ ਹੋ ਜਾਂਦੀਆਂ। ਆਪ ਸੰਗਤਾਂ ਨੇ ਭੁੱਲ ਚੁੱਕ ਦੀ ਮੁਆਫੀ ਬਖਸ਼ਿਸ਼ ਕਰਨੀ। ਬੇਨਤੀ ਹੈ ਕਿ ਕਥਾ ਹਰ ਰੋਜ਼ YouTube ਚੈਨਲ 'ਤੇ ਪਾਈ ਜਾਂਦੀ ਹੈ। ਸੰਗਤਾਂ ਪੁੱਛਦੀਆਂ ਕਈ ਵਾਰੀ ਆ ਕੇ, ਤੁਸੀਂ ਕਿੱਥੇ ਪਾਉਂਦੇ ਹੋ, ਕਿਵੇਂ ਪਾਉਂਦੇ ਹੋ? ਤੁਸੀਂ ਆਪੋ ਆਪਣੇ ਚੈਨਲ ਸਬਸਕ੍ਰਾਈਬ ਕਰੋ ਅਤੇ ਆਪਣੇ ਘਰ ਬੈਠਿਆਂ ਕਥਾ ਸੁਣ ਸਕਦੇ, ਅੱਗੇ ਸੁਣਾ ਸਕਦੇ ਹੋ। ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਜਿਨੇ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ। ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ ਤਿਸਕੈ ਪਾਏ ਲਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।